ਸਤਨਾਮ ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੈ ਗੁਰ ਸਮਝਾਇਆ। ਆਨ ਸਗਲ ਬਿਦ ਕਾਮ ਨ ਆਵੈ, ਹਰ ਹਰ ਨਾਮ ਧਿਆਇਆ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹੰ ਏਵ। ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਏ ਪੀਤਰ ਤੈਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰਿ ਆਪ ਨਿਵਾਰੇ। ਅਪਦਾ ਪਈ ਬਤੀਤ, ਬੇਸੁਮਾਰ ਥਾਹ ਅਗਨਤ ਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਹੇ ਅਜਿਤ ਸੂਰ ਸੰਗਰਾਮੰ, ਅਤਿ ਬਲਨਾ ਬਹੁ ਮਰਦਨః। ਹੇ ਅਜਿਤ ਸੂਰ ਸੰਗਰਾਮੰ, ਅਤਿ ਬਲਨਾ ਬਹੁ ਮਰਦਨః। ਗਹਨ ਗੰਧਰਵ ਦੇਵ ਮਾਨੁਖਯੰ, ਪਸ਼ੂ ਬੰਖੀ ਵਿਮੋਹਨഃ। ਹਰ ਕਰਣ ਹਾਰੰ ਨਮਸਕਾਰੰ, ਸਰਣ ਨਾਨਕ ਜਗਦੀਸ਼ਵਰః। ਹਰ ਕਰਣ ਹਾਰੰ ਨਮਸਕਾਰੰ, ਸਰਣ ਨਾਨਕ ਜਗਦੀਸ਼ਵਰః। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਦੀਨਾਨਾਥ, ਦੀਨ ਪ੍ਰਤਪਾਲਕ, ਦੀਨ ਦਰਦ ਨਿਵਾਰਕ, ਦੀਨ ਕਰੁਣਾਮੈ, ਦੀਨ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਅਪਾਰ ਮਿਹਰਮਤ ਦੇ ਨਾਲ ਨਿਵਾਜ ਕੇ ਉੱਤਮ ਮਤ ਬੁੱਧ ਬਖਸ਼ਿਸ਼ ਕਰਕੇ ਹਿਰਦੇ ਦੇ ਤਲ 'ਤੇ ਗੁਰੂ ਚਰਨ ਸ਼ਰਨ ਵਿੱਚ ਜੁੜਨ ਦੀ ਭਾਵਨਾ ਬਖਸ਼ਿਸ਼ ਕਰਕੇ ਬੁੱਧੀ ਦੇ ਤਲ 'ਤੇ ਗੁਰੂ ਸ਼ਬਦ ਦੀ ਵਿਚਾਰ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠਣ ਦਾ ਅਵਸਰ ਪ੍ਰਦਾਨ ਕੀਤਾ ਹੈ, ਬਖਸ਼ਿਸ਼ ਕਰਕੇ ਨਿਵਾਜਿਆ ਹੈ। ਗੁਰੂ ਕਿਰਪਾ ਸਦਕਾ ਅਸੀਂ ਸਤਿਗੁਰੂ ਕੀ
ਅੰਮ੍ਰਿਤਮਈ ਬਾਣੀ ਦੇ ਜਾਪ ਅਭਿਆਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ, ਸਕਾਰਤ ਕਰਨ ਦਾ ਯਤਨ ਕਰ ਰਹੇ ਸੀ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਮੋਹਿ ਚੀਕੜ ਫਾਥੇ ਨਿਗਰਤ ਹਮ ਜਾਤੇ, ਹਰ ਬਾਹਾਂ ਪ੍ਰਭੂ ਪਕਰਾਏ ਜੀਓ। ਜਦੋਂ ਗੁਰੂ ਸ਼ਬਦ ਦੇ ਵਿਚਾਰ ਦੇ ਪ੍ਰਭਾਵ ਨਾਲ ਮਨੁੱਖੀ ਮਨ ਸੰਸਾਰ ਦੇ ਤਲ 'ਤੇ ਜਾਗਦਾ ਹੈ, ਜਦ ਜੀਵਨ ਦੀ ਵਾਸਤਵਿਕਤਾ ਸਮਝ ਆਉਂਦੀ ਹੈ, ਤਾਂ ਫਿਰ ਮਨੁੱਖ ਨੂੰ ਸਭ ਤੋਂ ਪਹਿਲਾਂ ਜਿਹੜਾ ਆਭਾਸ ਹੁੰਦਾ ਹੈ ਉਹ ਆਪਣੇ ਬੰਧਨਗਤ ਹੋਣ ਦਾ ਹੁੰਦਾ ਹੈ ਕਿ ਮਨੁੱਖ ਕਿਸ ਕਿਸ ਪੱਧਰ 'ਤੇ ਕਿਸ ਕਿਸ ਪ੍ਰਭਾਵ ਕਰਕੇ ਕਿਵੇਂ ਕਿਵੇਂ ਸੰਸਾਰ ਦੇ ਬੰਧਨਾਂ ਦੇ ਵਿੱਚ ਗ੍ਰਸਤ ਹੈ। ਔਰ ਇਹ ਅੰਤਰ ਹਿਰਦੇ ਵਿੱਚ ਸਮਝਣਾ ਪੈਂਦਾ। ਬਾਹਰੀ ਤੌਰ 'ਤੇ ਕਿਸੇ ਨੂੰ ਕੋਈ ਰੱਸੀ ਆਦਿਕ ਨਹੀਂ ਪਈ ਹੋਈ, ਨਾ ਹੀ ਕਿਸੇ ਨੂੰ ਕਿਸੇ ਨੇ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਹੈ। ਉਹ ਤਾਂ ਕੇਵਲ ਕੈਦੀ ਨੇ ਜਿਨ੍ਹਾਂ ਨੂੰ ਕਾਨੂੰਨ ਜਿਹੜਾ ਹੈ ਉਹ ਬੇੜੀਆਂ ਦੇ ਵਿੱਚ ਰੱਖਦਾ ਹੈ। ਪਰ ਜਦੋਂ ਅਧਿਆਤਮਿਕ ਤਲ 'ਤੇ ਮਨੁੱਖ ਜਾਗਦਾ ਹੈ ਤਾਂ ਫਿਰ ਮਨੁੱਖ ਦੇਖਦਾ ਹੈ ਕਿ ਮੇਰੇ ਜੀਵਨ ਦੀ ਜਿਹੜੀ ਕੁਦਰਤੀ ਤੌਰ, ਜਿਹੜੀ ਗੁਰੂ ਸ਼ਬਦ ਦੇ ਅਨੁਸਾਰ ਹੋਣੀ ਚਾਹੀਦੀ ਹੈ, ਉਹਦੇ ਵਿੱਚ ਕਿਹੜੇ ਕਿਹੜੇ ਬੰਧਨ ਪਹਿਲੇ ਰੂਪ ਦੇ ਵਿੱਚ ਜਿਹੜੇ ਹਨ ਉਪਲਬਧ ਹਨ ਜਾਂ ਮੁਸ਼ਕਲ ਪੈਦਾ ਕਰਦੇ ਹਨ। ਫਿਰ ਜਦੋਂ ਇਹਨਾਂ ਬੰਧਨਾਂ ਤੋਂ ਮਨੁੱਖ ਜਾਗਦਾ ਹੈ, ਫਿਰ ਹੌਲੀ ਹੌਲੀ ਉਹਨਾਂ ਬੰਧਨਾਂ ਤੋਂ ਉਪਰਾਮ ਹੋਣ ਦਾ, ਛੁਟਕਣ ਦਾ ਯਤਨ ਕਰਦਾ ਹੈ। ਯਕੀਨਨ ਹੈ ਜਿਹੜਾ ਜੰਜੀਰਾਂ ਵਿੱਚ ਜੁਕੜਿਆ ਹੋਇਆ ਉਹੀ ਜੰਜੀਰਾਂ ਤੋਂ ਛੁਟਕਣ ਦਾ ਯਤਨ ਕਰੇਗਾ। ਜਿਹਨੂੰ ਇਹ ਗਿਆਨ ਹੀ ਨਹੀਂ, ਜਿਸ ਨੂੰ ਇਹ ਅਹਿਸਾਸ ਹੀ ਨਹੀਂ ਕਿ ਮੈਂ ਜੰਜੀਰਾਂ ਵਿੱਚ ਜਕੜਿਆ ਹੋਇਆ ਹਾਂ, ਉਹ ਕਦੀ ਵੀ ਛੁਟਕਣ ਦਾ ਯਤਨ ਨਹੀਂ ਕਰੇਗਾ। ਤਾਂ ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਸਤਸੰਗਤ ਦੁਆਰਾ ਬਖਸ਼ਿਸ਼ ਕਰਦੇ ਹਨ, ਮੋਹਿ ਚੀਕੜ ਫਾਥੇ ਨਿਕਰਤ ਹਮ ਜਾਤੇ, ਹਰ ਬਾਹਾਂ ਪ੍ਰਭੂ ਪਕਰਾਏ ਜੀਓ। ਹੇ ਅਕਾਲ ਪੁਰਖ, ਤੇਰੇ ਸੰਸਾਰ ਦੇ ਰਚੇ ਹੋਏ ਪ੍ਰਪੰਚ ਵਿੱਚ ਕਰਕੇ ਦ੍ਰਿਸ਼ਟੀ ਨਿਰਮਲ ਨਾ ਰਹਿਣ ਕਰਕੇ ਪੂਰਾ ਜੀਵਨ ਬੰਧਨਾਂ ਦੇ ਵਿੱਚ ਗਿਰਦਾ ਚੱਲਿਆ ਜਾ ਰਿਹਾ। ਕਿਰਪਾ ਕਰਕੇ ਆਪਣੀ ਉੱਤਮ ਯਾਦ ਰੂਪ ਬਖਸ਼ਿਸ਼ ਕਰਕੇ ਨਿਵਾਜ, ਤਾਂ ਕਿ ਇਹਨਾਂ ਸੰਸਾਰ ਦੀ ਮਾਇਆ ਦੇ ਚਿੱਕੜ ਤੋਂ ਉੱਪਰ ਉੱਠ ਸਕੀਏ। ਗੁਰੂ ਕਿਰਪਾ ਕਰੇ ਐਸੇ ਭਾਵ ਸਾਡੇ ਸਾਰਿਆਂ ਦੇ ਮਨਾਂ ਅੰਦਰ, ਬੁੱਧੀ ਅੰਦਰ ਸਜਗ ਰਹਿਣ ਜੀ। ਲੜੀਵਾਰ ਗੁਰ ਸ਼ਬਦ ਵਿਚਾਰ ਨਾਲ, ਪਾਵਨ ਬਾਣੀ ਦੀ ਵਿਆਖਿਆ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੇ ਅਜਿਤ ਸੂਰ ਸੰਗਰਾਮੰ, ਅਤਿ ਬਲਨਾ ਬਹੁ ਮਰਦਨ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਤਿਨਾਂ ਦੀ ਪਾਵਨ ਮੁਖਾਰਬਿੰਦ ਰਸਨਾ ਤੋਂ ਉਚਾਰਨ ਪਾਵਨ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਸਤਿਗੁਰੂ ਸਾਹਿਬ ਜੀ ਨੇ ਲੜੀਵਾਰ ਬਾਣੀ ਦੀ ਵਿਆਖਿਆ ਦੇ ਅੰਤਰਗਤ ਕੱਲ੍ਹ ਵਾਲੇ ਸ਼ਲੋਕਾਂ ਦੇ ਵਿੱਚ ਬਖਸ਼ਿਸ਼ ਕੀਤੀ ਸੀ ਕਿ ਸੰਸਾਰ ਤੋਂ ਤਰਨ ਦਾ ਇੱਕੋ ਹੀ ਢੰਗ ਹੈ ਕਿ ਜਿਹੜਾ ਸੰਸਾਰ ਦੀ ਉਤਪਤੀ ਕਰਨ ਵਾਲਾ ਹੈ, ਮਾਇਆ ਦਾ ਰਚਨ ਕਰਨ ਵਾਲਾ ਪਰਮੇਸ਼ਰ ਹੈ, ਉਸ ਦੀ ਸ਼ਰਨ ਗ੍ਰਹਿਣ ਕੀਤੀ ਜਾਵੇ। ਅਤੇ ਜਦੋਂ ਮਨੁੱਖ ਗੁਰੂ ਕੀ ਸ਼ਰਨ ਗ੍ਰਹਿਣ ਕਰਦਾ ਹੈ ਸੰਸਾਰ ਭਵਜਲ ਦੁੱਤਰ ਸਾਗਰ ਸਮੁੰਦਰ ਤਰਨ ਤੋਂ, ਤਾਂ ਫਿਰ ਧਰਮ ਦੀ ਸਾਧਨਾ ਦੇ ਨਾਲ ਉਹਦੇ ਜੀਵਨ ਵਿੱਚ ਸ਼ੁਭ ਲੱਖਣ ਪ੍ਰਗਟ ਹੁੰਦੇ ਹਨ। ਉਹਦਾ ਜੀਵਨ ਅੰਦਰੂਨੀ ਨਿਰਮਲਤਾ ਦੇ ਨਾਲ ਇਸੇ ਪ੍ਰਕਾਰ ਸੋਗ ਹਰਖ ਤੋਂ ਉੱਚਾ, ਉਸਤਤ ਨਿੰਦਾ ਤੋਂ ਪਰੇ ਵਾਲਾ ਜੀਵਨ ਬਣ ਜਾਂਦਾ ਹੈ ਅਤੇ ਉਸ ਸੰਸਾਰ ਦੇ ਵਿੱਚ ਬੰਦਗੀ ਦੇ ਵਿੱਚ ਰਤਿਆ ਹੋਇਆ ਪਰਮੇਸ਼ਵਰੀ ਵਿਧਾਨ ਨੂੰ ਮਾਣ ਕੇ ਆਪਣਾ ਜੀਵਨ ਸਫਲ ਕਰਦਾ ਹੈ। ਅੱਜ ਦੇ ਸ਼ਲੋਕ ਦੁਆਰਾ ਗੁਰੂ ਸਾਹਿਬ ਜੀ ਸਾਡੇ ਜੀਵਨ ਦੇ ਬੁਨਿਆਦੀ ਨੁਕਤੇ ਦੇ ਉੱਪਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਹੇ ਅਜਿਤ
ਸੂਰ ਸੰਗਰਾਮੰ ਅਤਿ ਬਲਨਾ ਬਹੁ ਮਰਦਨ ਹੈ। ਜਦ ਕਦੇ ਸਾਨੂੰ ਕੋਈ ਸਧਾਰਨ ਤਲ 'ਤੇ ਪੁੱਛੇ ਕਿ ਪੰਜਾਂ ਵਿਕਾਰਾਂ ਦੇ ਨਾਮ ਦੱਸੇ ਜਾਣ ਤਾਂ ਸਹਿਜੇ ਹੀ ਅਸੀਂ ਸਾਰੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦਾ ਨਾਮ ਲਵਾਂਗੇ। ਅੱਜ ਦੇ ਪਾਵਨ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਮੋਹ ਦੇ ਉੱਪਰ, ਮੋਹ ਜਿਹੜਾ ਵਿਕਾਰ ਹੈ, ਵਿਸ਼ਾ ਹੈ, ਉਸ ਦੇ ਉੱਪਰ ਉਪਦੇਸ਼ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਹੇ ਅਜਿੱਤ, ਸੰਸਾਰ ਦੀ ਹਰੇਕ ਸਥਿਤੀ ਨੂੰ ਜਿੱਤਿਆ ਜਾ ਸਕਦਾ ਹੈ। ਸੰਸਾਰ ਦੀ ਹਰੇਕ ਸਥਿਤੀ 'ਤੇ ਕਾਬੂ ਵੀ ਪਾਇਆ ਜਾ ਸਕਦਾ ਹੈ। ਸੰਸਾਰ ਦੀ ਕਾਫੀਆਂ ਸਥਿਤੀਆਂ 'ਤੇ ਮਨੁੱਖ ਆਪਣੀ ਅਕਲੀ ਯਤਨ ਦੇ ਨਾਲ, ਆਪਣੇ ਬਾਹਰੀ ਤਾਣ ਦੇ ਨਾਲ ਕਾਬੂ ਪਾ ਸਕਦਾ ਹੈ। ਪਰ ਗੁਰੂ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਜਿਹੜਾ ਮੋਹ ਹੈ ਉਹਨੂੰ ਆਖਦੇ ਹਨ, ਹੇ ਅਜਿੱਤ, ਭਾਵ ਕਿ ਤੂੰ ਅਜਿੱਤ ਹੈ। ਸੰਸਾਰ ਦੇ ਵਿੱਚ ਕੋਈ ਐਸਾ ਨਹੀਂ ਜਿਹੜਾ ਤੈਨੂੰ ਪਸਤ ਕਰਕੇ ਤੇਰੇ ਉੱਪਰ ਵਿਜੈ ਪਾ ਸਕਿਆ ਹੋਵੇ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਹੇ ਅਜਿੱਤ ਸੂਰ ਸੰਗਰਾਮੰ, ਤੂੰ ਐਸਾ ਸੂਰਮਾ ਹੈ, ਐਸਾ ਤੂੰ ਅਜਿੱਤ ਬਲਸ਼ਾਲੀ ਮਹਾਰਥੀ ਹੈ ਕਿ ਸਾਰੇ ਜਗਤ ਦੀ ਜਿਤਨਾ ਬ੍ਰਹਿਮੰਡ ਦਾ ਪਸਾਰ ਹੈ, ਉਸ ਦੇ ਹਰੇਕ ਕਿਣਕੇ ਤੋਂ ਲੈ ਕੇ ਵੱਡੀ ਤੋਂ ਵੱਡੀ ਹਸਤੀ ਨੂੰ ਤੂੰ ਆਪਣੇ ਨਸ਼ੇ ਦੇ ਵਿੱਚ, ਆਪਣੇ ਪ੍ਰਭਾਵ ਦੇ ਵਿੱਚ ਗਲਤਾਨ ਕਰਕੇ ਇੱਕ ਵਾਰੀ ਜ਼ਰੂਰ ਪਸਤ ਕੀਤਾ ਹੈ। ਤਾਂ ਸਤਿਗੁਰੂ ਸਾਹਿਬ ਜੀ ਅੱਜ ਮੋਹ ਦੇ ਵਿਸ਼ੇ ਉੱਪਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ। ਜਦ ਕਦੇ ਆਪ ਜੀ ਆਲੇ ਦੁਆਲੇ 'ਚ ਜਾਂ ਕਦੇ ਵਿਚਾਰ ਚਰਚਾ ਕਰਦਿਆਂ ਗੱਲ ਚੱਲਦੀ ਹੈ ਤਾਂ ਸ਼ਾਇਦ ਆਪ ਜੀ ਨੇ ਸੁਣਿਆ ਹੋਵੇ ਕਿ ਸ਼ਬਦ ਮੋਹ ਦੇ ਨਾਲ ਮਾਇਆ ਵਰਤਿਆ ਜਾਂਦਾ ਜੀ, ਇਹ ਤਾਂ ਸਾਰੀ ਮੋਹ ਮਾਇਆ ਹੈ। ਤਾਂ ਮੋਹ ਦੇ ਨਾਲ ਮਾਇਆ ਸ਼ਬਦ ਵਰਤਣ ਦਾ ਵੀ ਇਹ ਇੱਕ ਸੰਕੇਤ ਹੈ ਕਿ ਇਹ ਮਾਇਆ ਕੇਂਦਰਿਤ ਨੁਕਤਾ ਹੈ। ਅਤੇ ਮਾਇਆ ਦੇ ਸਧਾਰਨ ਅਰਥ ਨੇ ਭਰਮ, ਭੁਲੇਖਾ, ਅਸੱਤ ਦੀ ਸੱਤ ਕਰਕੇ ਪ੍ਰਤੀਤ ਹੋਣੀ। ਤਾਂ ਹੁਣ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ, ਹੇ ਅਜਿੱਤ ਸੂਰ ਸੰਗਰਾਮੰ। ਹੁਣ ਇਸ ਗੱਲ ਨੂੰ ਬੜੀ ਦੀਰਘਤਾ ਦੇ ਨਾਲ ਵਾਚਣਾ ਪਏਗਾ ਕਿ ਇਹ ਅਜਿੱਤ ਕਿਸ ਪ੍ਰਕਾਰ ਕਰਕੇ ਹੈ। ਜਦ ਮੋਹ ਦੇ ਅਰਥ ਕੋਸ਼ ਦੇ ਪੱਧਰ 'ਤੇ ਦੇਖੀਏ ਤਾਂ ਉਹਦੇ ਵਿੱਚ ਆਉਂਦਾ ਹੈ ਲੂਜਿੰਗ ਆਫ ਕਾਨਸ਼ੀਅਸਨੈਸ ਆਫ ਸੈਂਸ, ਕਿ ਭਾਵ ਜਿਹੜੀ ਮਨੁੱਖ ਦੀ ਅਸਲ ਸੁਰਤ ਹੈ, ਉਹਦੀ ਜਿਹੜੀ ਚੇਤਨਤਾ ਦੀ ਇਕਾਗਰਤਾ ਹੈ, ਜਦੋਂ ਉਹ ਭੰਗ ਹੋ ਜਾਂਦੀ ਹੈ ਉਦੋਂ ਉਹਨੂੰ ਚੀਜ਼ਾਂ ਦਾ ਆਭਾਸ ਹੋਣ ਲੱਗ ਪੈਂਦੀਆਂ ਨੇ। ਇਸ ਕਰਕੇ ਗੁਰਬਾਣੀ ਵਿੱਚ ਸਤਿਗੁਰੂ ਸਾਹਿਬ ਜੀ ਦਾ ਵਾਕ ਹੈ, ਕੁਰਬਾਨ ਕੀਤਾ ਤਿਸੈ ਵਿਟ ਹੋ ਜਿਨ ਮੋਹ ਮੀਠਾ ਲਾਇਆ। ਹੁਣ ਸਭ ਤੋਂ ਪਹਿਲਾਂ ਮੋਹ ਦੇ ਸੰਬੰਧ ਦੇ ਵਿੱਚ ਨੁਕਤਾ ਆਪ ਦੇ ਸਨਮੁਖ ਅਰਜ ਕਰਾਂ। ਸੰਸਾਰ ਦੇ ਵਿੱਚ ਚੁੰਬਕ ਦਾ ਅਤੇ ਲੋਹੇ ਦਾ ਆਕਰਸ਼ਣ ਸਾਨੂੰ ਸਭ ਨੂੰ ਪਤਾ ਹੈ ਕਿ ਜਦ ਚੁੰਬਕ ਲੋਹੇ ਦੇ ਨਿਕਟ ਜਾਏਗੀ ਤਾਂ ਆਕਰਸ਼ਣ ਪੈਦਾ ਕਰਨਾ ਸ਼ੁਰੂ ਕਰ ਦੇਵੇਗੀ। ਇਸ ਦਾ ਜਿਹੜਾ ਬਿਜਲਈ ਨੁਕਤੇ ਤੋਂ ਉਹਦੀ ਦਲੀਲ ਹੈ ਉਹ ਹੈ ਕਿ ਉਹਦੇ ਵਿੱਚ ਉਹ ਤੱਤ ਹਨ ਜਿਹੜੇ ਉਹਦੇ ਤਰਫ ਆਕਰਸ਼ਣ ਪੈਦਾ ਕਰਦੇ ਹਨ। ਇਹਦਾ ਮਤਲਬ ਚੁੰਬਕ ਦੇ ਵਿੱਚ ਕੋਈ ਲੋਹੇ ਦਾ ਤੱਤ ਹੈ ਜਿਹਦੇ ਕਰਕੇ ਉਹਦੇ ਤਰਫ ਆਕਰਸ਼ਿਤ ਹੋ ਰਹੀ ਹੈ। ਤਾਂ ਇਸੇ ਪ੍ਰਕਾਰ ਮੋਹ ਦੇ ਸੰਦਰਭ ਦੇ ਵਿੱਚ ਇਹ ਗੱਲ, ਪਹਿਲਾ ਨੁਕਤਾ ਇਹ ਆਖਿਆ ਜਾ ਸਕਦਾ ਹੈ ਕਿ ਜਦੋਂ ਮਨੁੱਖ ਦੇ ਅੰਦਰ ਮੈਂ ਭਾਵ ਕਿ ਹਉਂ ਵਿਆਪਤ ਹੁੰਦੀ ਹੈ, ਉਦੋਂ ਉਹ ਆਪਣੇ ਆਪ ਨੂੰ ਕਈ ਚੀਜ਼ਾਂ ਦੀ ਤਰਫ ਆਕਰਸ਼ਿਤ ਕਰਦਾ ਹੈ। ਅਤੇ ਉਪਨਿਸ਼ਦਾਂ ਦੇ ਬੜੇ ਕਮਾਲ ਦੇ ਵਾਕ ਨੇ, ਕਹਿੰਦੇ ਸਭ ਤੋਂ ਵੱਧ ਬੰਦੇ ਦਾ ਮੋਹ, ਮਤਲਬ ਜਿਹੜਾ ਅਸਲੀ ਮੋਹ ਹੈ, ਉਹ ਸਿਰਫ ਆਪਣੇ ਆਪ ਨਾਲ ਹੁੰਦਾ ਹੈ, ਬਾਕੀ ਕੇਵਲ ਵਿਕਲਪ ਹੁੰਦੇ ਨੇ। ਜਿਵੇਂ ਉਦਾਹਰਨ ਦੇ ਤੌਰ 'ਤੇ ਕਹਿਣ ਲੱਗੇ ਕਿ ਮੋਹ ਆਪਣੇ ਆਪ ਨਾਲ ਹੁੰਦਾ ਹੈ, ਫਿਰ ਇਹ ਜੀਵਨ ਜਿਉਣ ਲਈ ਜਿੰਨੇ ਸਹਾਇਕ ਬਣਦੇ ਜਾਂਦੇ ਨੇ ਉਹਨਾਂ ਨਾਲ ਵੀ ਥੋੜ੍ਹਾ ਥੋੜ੍ਹਾ ਪ੍ਰਗਟਦਾ ਜਾਂਦਾ। ਅਤੇ ਇਸ ਕਰਕੇ ਮੋਹ ਦਾ ਸਿੱਧਰਾ ਜੇ, ਇਸ ਕਰਕੇ ਮੋਹ ਨੂੰ ਗੁਰਬਾਣੀ ਦੇ ਵਿੱਚ ਚਾਰ ਅਰਥਾਂ ਦੇ ਵਿੱਚ ਵਰਤਿਆ ਗਿਆ: ਅਗਿਆਨ, ਬੇਹੋਸ਼ੀ, ਸਨੇਹ ਅਤੇ ਭਰਮ ਭੁਲੇਖਾ। ਇਹ ਚਾਰ ਅਰਥ ਗੁਰਬਾਣੀ, ਜੇ ਅਗਰ ਸਮੁੱਚਾ ਹੀ ਮੋਹ ਦਾ ਸਾਰਾ ਬਿਰਤਾਂਤ ਪੜ੍ਹੀਏ ਤਾਂ ਇਹ ਚਾਰ ਅਰਥਾਂ ਦੇ ਵਿੱਚ ਮੋਹ ਦਾ ਜ਼ਿਕਰ ਆਉਂਦਾ ਹੈ। ਸਭ ਤੋਂ ਪਹਿਲਾਂ ਅਗਿਆਨ, ਬੇਹੋਸ਼ੀ, ਸਨੇਹ ਅਤੇ ਭਰਮ ਭੁਲੇਖਾ। ਹੁਣ ਸਭ ਤੋਂ ਪਹਿਲਾਂ ਮੋਹ ਉਪਜਦਾ ਕਿਵੇਂ ਹੈ? ਮੋਹ ਉਪਜਦਾ ਕਿਵੇਂ ਹੈ ਕਿ ਜਦ ਸੰਸਾਰ ਦੇ ਵਿੱਚ, ਹੁਣ ਸਾਡੇ ਜਨਮ ਦੀ ਪ੍ਰਕਿਰਿਆ
ਮਾਤਾ ਪਿਤਾ ਤੋਂ ਬਿਨਾਂ ਹੋਂਦ ਵਿੱਚ ਨਹੀਂ ਆ ਸਕਦੀ। ਇਸ ਕਰਕੇ ਜਦੋਂ ਮਾਤਾ ਪਿਤਾ ਦੁਆਰਾ ਉਹਨਾਂ ਦੇ ਸੰਬੰਧ ਦੁਆਰਾ ਸਾਡੀ ਸਿਰਜਣਾ ਆਰੰਭ ਹੁੰਦੀ ਹੈ ਤਾਂ ਇਹਦਾ ਮਤਲਬ ਦੋ ਮਨੁੱਖਾਂ ਦਾ ਮਿਲਨ ਹੋਇਆ। ਇਹਦਾ ਮਤਲਬ ਸਾਡੇ ਤੱਤਾਂ ਦੀ ਰਚਨਾ ਦੇ ਵਿੱਚ ਪਹਿਲਾ ਤੱਤ ਮਾਲਕ ਨੇ ਮਿਲਣ ਦਾ ਪੈਦਾ ਕਰਕੇ ਅਤੇ ਉਹ ਮੋਹ ਦਾ ਅੰਸ਼ ਕੁਦਰਤੀ ਰੂਪ ਦੇ ਵਿੱਚ ਵਿਆਪਕ ਹੈ। ਭਾਵ ਕਿ ਅਗਰ ਦੋਵਾਂ ਦਾ ਮਿਲਨ ਹੋਇਆ ਤਾਂ ਉਹਨਾਂ ਦਾ ਮਿਲਨ ਕਿਸੇ ਸਨੇਹ ਕਰਕੇ ਹੀ ਹੋਇਆ ਹੈ, ਕੋਈ ਕਿਸੇ ਪਦਾਰਥਕ ਮਾਦੇ ਲਾਭ ਕਰਕੇ ਤਾਂ ਨਹੀਂ ਹੋਇਆ। ਉਹਨਾਂ ਦੇ ਅੰਦਰ ਕੋਈ ਨਵੀਂ ਸਿਰਜਣਾ ਦਾ ਚਾਅ ਪਿਆਰ ਰੂਪ ਦੇ ਵਿੱਚ ਪੈਦਾ ਹੋਇਆ ਅਤੇ ਸੰਯੋਗ ਸੰਬੰਧ ਕਰਕੇ ਔਲਾਦ ਦਾ ਨਿਰਮਾਣ ਹੋਇਆ। ਦਾ ਮਤਲਬ ਪਹਿਲੇ ਤਲ 'ਤੇ ਜਿੱਥੋਂ ਸਾਡੀ ਉਤਪਤੀ ਹੋਈ ਹੈ ਉੱਥੇ ਹੀ ਮੋਹ ਦਾ ਜਿਹੜਾ ਤੱਤ ਹੈ ਕਿ ਉਹਨਾਂ ਦੋਵਾਂ ਦਾ ਮੋਹ ਪੈਦਾ ਹੋਇਆ। ਜਿਹੜਾ ਜੈਨੇਟਿਕ ਪ੍ਰੋਸੈਸ ਹੈ ਉਹਦੇ ਵਿੱਚ ਕੁਦਰਤੀ ਸਾਨੂੰ ਮੋਹ ਮਿਲੇਗਾ। ਹੁਣ ਜਦੋਂ ਮਨੁੱਖ ਸੰਸਾਰ ਦੇ ਵਿੱਚ ਜਨਮ ਲੈ ਕੇ ਆ ਜਾਂਦਾ, ਪਹਿਲੇ ਪੱਧਰ 'ਤੇ ਮਨੁੱਖ ਅਚੇਤ ਹੈ। ਅਚੇਤ ਦਾ ਭਾਵ ਇਹ ਹੈ ਕਿ ਇਹਦੇ ਅੰਦਰ ਚੇਤਨਾ ਹੈ, ਪਰ ਇਹਦੀ ਚੇਤਨਾ ਨੂੰ ਇਹ ਨਹੀਂ ਪਤਾ ਕਿ ਜਿਹਨੇ ਮੈਨੂੰ ਜਨਮ ਦਿੱਤਾ ਹੈ ਉਹ ਮੇਰੀ ਮਾਤਾ ਹੈ। ਜਿਹੜਾ ਮੇਰੇ ਜਨਮ ਦੀ ਬੜੀ ਖੁਸ਼ੀ ਮਨਾ ਰਿਹਾ ਹੈ, ਬੜੀ ਜਸ਼ਨ ਕਰ ਰਿਹਾ ਹੈ, ਇਹ ਮੇਰਾ ਪਿਤਾ ਹੈ। ਕੁਝ ਨਹੀਂ ਪਤਾ, ਅਚੇਤ ਹੁੰਦਾ ਹੈ ਮਨੁੱਖ ਪੂਰੀ ਤਰ੍ਹਾਂ। ਫਿਰ ਇੱਥੇ ਮੋਹ ਉਪਜਣਾ, ਇੱਥੇ ਮੋਹ ਦਾ ਪਹਿਲਾ ਸਿਲਸਿਲਾ ਸ਼ੁਰੂ ਹੁੰਦਾ ਹੈ। ਫਿਰ ਜਦੋਂ ਮਨੁੱਖ ਨੂੰ ਮਤਲਬ ਪਹਿਲਾਂ ਜੀਵਨ ਦੇ ਨਾਲ ਮੋਹ ਹੈ, ਜਦੋਂ ਪਹਿਲੀ ਦਫਾ ਦੇਖਦਾ ਹੈ ਕਿ ਭੋਜਨ ਦੀ ਜਾਂ ਦੁੱਖ ਦਰਦ ਆਦਿਕ ਦੀ ਲੋੜ ਮਹਿਸੂਸ ਹੋਈ ਅਤੇ ਆਹ ਇੱਕ ਰੂਪ ਹੈ ਜਿਹੜਾ ਬਾਰ-ਬਾਰ ਆ ਕੇ ਮੈਨੂੰ ਚੁੱਕਦਾ ਹੈ, ਖਿਡਾਉਂਦਾ ਹੈ, ਮੇਰੀ ਖੁਰਾਕ ਦੀ, ਮੇਰੀਆਂ ਹੋਰ ਸਾਰੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਅਤੇ ਪਹਿਲੇ ਤੌਰ 'ਤੇ ਨਕਸ਼ ਬਣਨਾ ਸ਼ੁਰੂ ਹੁੰਦਾ ਹੈ ਉਸ ਮੂਰਤ ਦਾ। ਅਤੇ ਉਦੋਂ ਮਨੁੱਖ ਕੇਵਲ ਦ੍ਰਿਸ਼ਾਤਮਕ ਤੌਰ 'ਤੇ ਸੰਸਾਰ ਦੇ ਨਾਲ ਜੁੜਦਾ, ਕੇਵਲ ਦ੍ਰਿਸ਼ ਦੀ ਥੋੜ੍ਹੀ ਥੋੜ੍ਹੀ ਪਛਾਣ ਹੁੰਦੀ ਹੈ। ਮੈਡੀਕਲ ਸਾਇੰਸ ਤਾਂ ਵੈਸੇ ਵੀ ਆਖਦੀ ਹੈ ਕਿ 8 ਮਹੀਨੇ ਤੱਕ ਬੱਚੇ ਦੇ ਅੰਦਰ ਕਿਸੇ ਦੀ ਪ੍ਰਤਿਮਾ ਨਹੀਂ ਬਣਦੀ। ਉਹ ਤਾਂ ਵੱਖਰੀ ਗੱਲ ਹੈ, ਪਰਿਵਾਰ ਮੋਹ ਕਰਕੇ ਸ਼ੁਰੂ 'ਚ ਹੀ ਇਹੋ ਜਿਹੇ ਵਾਕ ਕਹਿਣ ਲੱਗ ਪੈਂਦਾ ਕਿ ਇਹ ਇਵੇਂ ਹੈ, ਇਵੇਂ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਜਦੋਂ ਪਹਿਲਾ ਆਕਰਸ਼ਣ ਪੈਦਾ ਹੁੰਦਾ, ਫਿਰ ਆਪਣੇ ਜੀਵਨ ਦੀ ਹੋਂਦ ਪੈਦਾ ਹੁੰਦੀ ਹੈ। ਫਿਰ ਜਦੋਂ ਪਤਾ ਹੈ ਕਿ ਹੁਣ ਲਗਾਤਾਰ ਇਹਦੇ ਤੋਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਅਤੇ ਇਹ ਜ਼ਰੂਰਤਾਂ ਪੂਰੀਆਂ ਕਰਦੀ ਹੈ ਤਾਂ ਮੇਰਾ ਜੀਵਨ ਬਣਿਆ ਹੋਇਆ ਹੈ। ਅਤੇ ਪਹਿਲੇ ਪੱਧਰ 'ਤੇ ਆਕਰਸ਼ਣ ਜਿਹੜਾ ਹੈ ਉਹ ਮਾਤਾ ਪਿਤਾ ਨਾਲ ਜੁੜਦਾ। ਇਹ ਜੁੜਨਾ ਜ਼ਰੂਰੀ ਵੀ ਹੈ, ਗੁਰਬਾਣੀ 'ਚ ਇਹਦਾ ਕੋਈ ਨਿਸ਼ੇਧ ਨਹੀਂ ਹੈ। ਜੇ ਜਗਤ ਦਾ ਮੋਹ ਦਾ ਆਧਾਰ ਹੀ ਨਾ ਸਿਰਜਿਆ ਜਾਵੇ ਤਾਂ ਸਾਰੇ ਜਗਤ ਦਾ ਪ੍ਰਪੰਚ ਚੱਲ ਹੀ ਨਹੀਂ ਸਕੇਗਾ। ਇਸ ਕਰਕੇ ਇਹ ਕੋਈ ਅਵਗੁਣੀ ਗੱਲ ਨਹੀਂ ਹੈ, ਇਹ ਪਰਮੇਸ਼ਰ ਦਾ ਇੱਕ ਵਿਧਾਨ ਹੈ ਕਿ ਇਸ ਸਾਰੇ ਜਗਤ ਨੂੰ ਨੱਥਿਆ ਹੋਇਆ ਹੈ। ਉਹ ਕਾਹਦੇ ਕਰਕੇ ਕਿ ਇਹਨਾਂ ਦੇ ਅੰਦਰ ਮੋਹ ਦਾ ਸਨੇਹ ਰੂਪ ਪਾਇਆ ਗਿਆ। ਮਾਤਾ ਨੇ ਨਿਰਮਿਤ ਕੀਤਾ ਹੈ ਆਪਣੇ ਸਰੀਰ ਤੋਂ ਬੱਚੇ ਨੂੰ, ਇਸ ਕਰਕੇ ਕੁਦਰਤੀ ਉਹਦਾ ਆਕਰਸ਼ਣ ਹੋਏਗਾ ਕਿਉਂਕਿ ਉਹਨੇ ਉਹਦੇ ਬਦਲੇ ਤਿਆਗ ਕੀਤਾ ਹੈ, ਬੜਾ ਕੁਝ ਕੀਤਾ ਹੈ। ਤਾਂ ਇਸੇ ਪ੍ਰਕਾਰ ਪਹਿਲੇ ਪੱਧਰ 'ਤੇ ਮਨੁੱਖ ਬੱਚੇ ਦਾ ਆਪਣੇ ਮਾਤਾ ਪਿਤਾ ਦੇ ਨਾਲ ਇਸ ਤਰ੍ਹਾਂ ਆਕਰਸ਼ਣ ਜੁੜਦਾ ਹੈ। ਇਹ ਮੋਹ ਦੀ ਉਹ ਸਥਿਤੀ ਹੈ ਜਿਹਦੇ ਵਿੱਚ ਸਨੇਹ ਪੈਦਾ ਹੁੰਦਾ ਅਤੇ ਉਹ ਵੀ ਵਿਕਲਪ ਕਰਕੇ ਹੈ, ਸਦੀਵੀ ਨਹੀਂ ਹੈ ਕਿ ਜੀਵਨ ਦੀ ਪੂਰਤੀ ਹੋ ਰਹੀ ਹੈ। ਇਸ ਕਰਕੇ ਇਹਨਾਂ ਨਾਲ ਜੁੜਿਆ। ਅੱਗੇ ਅੱਗੇ ਜਾ ਕੇ ਜਦੋਂ ਮਨੁੱਖ ਨੂੰ ਆਪਣੀ ਹੋਂਦ ਪਤਾ ਲੱਗਦੀ ਹੈ ਕਿ ਮੇਰਾ ਪੂਰਾ ਜੀਵਨ ਹੈ, ਫਿਰ ਜੀਵਨ ਦੇ ਵਿੱਚ ਮਨੁੱਖ ਬੜੀਆਂ ਚੀਜ਼ਾਂ ਦੇ ਨਾਲ ਜੁੜਨਾ ਸ਼ੁਰੂ ਕਰ ਦਿੰਦਾ ਔਰ ਜੁੜਦਾ ਆਂਤਰਿਕ ਰੂਪ ਦੇ ਵਿੱਚ ਹੈ। ਹੁਣ ਉਦਾਹਰਨ ਦੇ ਤੌਰ 'ਤੇ ਜਿਤਨੇ ਆਪ ਜੀ ਵਹੀਕਲਾਂ 'ਤੇ ਚੱਲ ਕੇ ਆਏ ਹੋ, ਬੁੱਧੀ ਦੇ ਵਿੱਚ ਇੱਕ ਖਿਆਲ ਹੈ ਨਾ ਕਿ ਮੇਰਾ ਵਹੀਕਲ ਹੈ। ਹੁਣ ਕੋਈ ਬਾਹਰੋਂ ਇਨਸਾਨ ਖਬਰ ਲੈ ਕੇ ਆਏ ਕਿ ਕਿਸੇ ਦੇ ਵਹੀਕਲ ਦਾ ਨੁਕਸਾਨ ਹੋ ਗਿਆ, ਸਭ ਤੋਂ ਪਹਿਲਾਂ ਖਿਆਲ ਆਏਗਾ ਕਿਤੇ ਮੇਰੇ ਦਾ ਤਾਂ ਨਹੀਂ ਹੋ ਗਿਆ। ਇਹਦਾ ਮਤਲਬ ਇਹ ਹੈ ਕਿ ਅਟਰੈਕਸ਼ਨ ਤੌਰ 'ਤੇ ਅਸੀਂ ਆਪਣੇ ਵਹੀਕਲ ਦੇ ਨਾਲ ਜੁੜੇ ਹੋਏ ਹਾਂ। ਇਹੀ ਆਕਰਸ਼ਣ ਜੀਵਨ ਦੇ ਆਦਿ ਨੇਮ ਦੇ ਵਿੱਚ ਪੈਦਾ ਹੋਣਾ ਸ਼ੁਰੂ ਹੁੰਦਾ ਹੈ। ਇਹ ਜੀਵਨ ਦੇ ਸੰਤੁਲਨ ਲਈ ਆਰੰਭਿਕ ਤਲ 'ਤੇ ਜ਼ਰੂਰੀ ਹੈ, ਸਨੇਹ ਦੇ ਤਲ 'ਤੇ ਜ਼ਰੂਰੀ ਹੈ, ਜਿਹਦੇ ਕਰਕੇ ਜੀਵਨ ਦੀ ਤੋਰ ਬਣੀ ਰਹੇ। ਤਾਂ ਕਰਕੇ ਕਿਹਾ ਜਾਂਦਾ ਨਾ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜਿਕ ਦਾ ਭਾਵ ਕੀ ਹੈ ਕਿ ਇਹ ਆਪਣੇ ਜੀਵਨ ਦੀ ਜਿਹੜੀ ਫੀਡਿੰਗ ਹੈ ਇਮੋਸ਼ਨ ਦੇ ਨੁਕਤੇ ਤੋਂ, ਹੋਰ ਸਾਰਿਆਂ ਨੁਕਤਿਆਂ ਤੋਂ ਇਹ ਆਲੇ ਦੁਆਲੇ ਵਿੱਚੋਂ ਲੈਂਦਾ ਅਤੇ ਇਹ ਕੁਦਰਤੀ ਇੱਕ ਪਾਲਣ ਪੋਸ਼ਣ ਦਾ ਪਰਮੇਸ਼ਰ ਨੇ ਵਿਧਾਨ ਵੀ ਬਣਾਇਆ ਹੋਇਆ। ਤਾਂ ਅੱਗੇ ਜਦੋਂ ਹੁਣ ਇਹ ਪਹਿਲੇ ਪੱਧਰ 'ਤੇ ਜਾਗਦਾ, ਫਿਰ ਮਨੁੱਖ ਪਤਾ ਲੱਗ ਜਾਂਦਾ ਕਿ ਇਹਦੇ ਤੋਂ ਲੋੜਾਂ ਪੂਰਤੀ ਹੈ। ਫਿਰ ਮਨੁੱਖ ਉਹਦੇ ਨਾਲ ਆਪਣੇ ਸਨੇਹ ਨੂੰ ਵੀ ਸੀਮਿਤ ਕਰ ਲੈਂਦਾ। ਇੱਥੇ ਉਹਦੀ ਸੁਰਤ ਵਿਗੜ, ਸ਼ੁਰੂ 'ਚ ਗੱਲ ਕੀਤੀ ਸੀ ਕਿ ਲੂਜਿੰਗ ਆਫ ਕਾਨਸ਼ੀਅਸਨੈਸ ਆਫ ਸੈਂਸ,
ਉਹਦੀ ਪਹਿਲਾ ਪੱਧਰ ਸੀ ਕਿ ਜਿਸ ਸੁਰਤ ਤੋਂ, ਜਿਸ ਕਾਲ ਪੁਰਖ ਤੋਂ ਉਪਜਿਆ, ਉਹਦੇ ਪ੍ਰਤਪਾਲਣ ਦਾ ਜਿਹੜਾ ਪ੍ਰਤੱਖ ਰੂਪ ਦੇਖਿਆ ਮਾਤਾ ਦੇ ਰੂਪ ਵਿੱਚ, ਉਹਦੇ ਸੱਚ ਨੂੰ ਹੰਢਾਏ ਬਗੈਰ ਹੀ ਉਹਨੂੰ ਮੋਹ ਰੂਪ ਦੇ ਵਿੱਚ ਸਨੇਹ ਕਰਕੇ ਅਪਣਾ ਲਿਆ, ਤਾਂ ਉਹਨੂੰ ਹੀ ਅੰਤਮ ਮੰਨਿਆ ਜਾ ਰਿਹਾ। ਅਤੇ ਇਹ ਮੋਹ ਉਤਪਤ ਹੋ ਕੇ ਦਿਨ ਬਾਅਦ ਦਿਨ ਪੀੜਾ ਹੁੰਦਾ ਜਾਂਦਾ ਹੈ ਅਤੇ ਇੰਨਾ ਜ਼ਿਆਦਾ ਬਣ ਜਾਂਦਾ ਹੈ ਕਿ ਮਨੁੱਖ ਇੱਕ ਤਲ 'ਤੇ ਜਾ ਕੇ ਸਮਝਦਾ ਹੈ ਕਿ ਸ਼ਾਇਦ ਇਸ ਤੋਂ ਬਿਨਾਂ ਜੀਵਨ ਨਹੀਂ। ਹੁਣ ਮੋਹ ਆਕਰਸ਼ਣ ਮਨੁੱਖ ਬੜਿਆਂ ਤਲ 'ਤੇ ਸਾਜਦਾ। ਪਹਿਲੇ ਪੱਧਰ 'ਤੇ ਸਨੇਹ ਤੋਂ ਪੈਦਾ ਹੁੰਦਾ ਹੈ। ਹੁਣ ਅੱਗੇ ਸਨੇਹ ਤੋਂ ਅਗਲੀ ਸਥਿਤੀ ਹੈ ਅਗਿਆਨ। ਅਗਿਆਨ ਦਾ ਭਾਵ ਇਹ ਹੈ, ਹੁਣ ਮਨੋਹ ਨੂੰ ਅਗਿਆਨ ਕਿਉਂ ਕਿਹਾ ਜਾਂਦਾ? ਜਿਹਦੇ ਨਾਲ ਵੀ ਆਕਰਸ਼ਣ ਜੋੜਿਆ, ਜਿਹਦੇ ਨਾਲ ਵੀ ਸਨੇਹ ਹੈ, ਜਿਹਦੇ ਨਾਲ ਵੀ ਖਿੱਚ ਹੈ। ਗਿਆਨ ਦਾ ਨੁਕਤਾ ਇਹ ਗੱਲ ਕਹਿੰਦਾ ਹੈ ਕਿ ਸਭ ਕੁਛ ਬਿਨਸਣਹਾਰ ਹੈ ਅਤੇ ਤੂੰ ਬਿਨਸਣਹਾਰ ਦੇ ਤੱਕ ਜਿਤਨੀ ਵੀ ਰਚਨਾ ਹੈ, ਪਦਾਰਥ ਹੈ, ਪਰਿਵਾਰ ਹੈ, ਸੰਬੰਧੀ ਹੈ, ਕਾਇਆ ਹੈ, ਸਭ ਕੁਝ ਬਿਨਸਣਹਾਰ ਹੈ ਅਤੇ ਤੂੰ ਬਿਨਸਣਹਾਰ ਦੇ ਨਾਲ ਮੋਹ ਲਗਾ ਕੇ ਬੈਠਾ ਹੈ। ਇਸ ਕਰਕੇ ਤੇਰਾ ਪਾਇਆ ਹੋਇਆ ਮੋਹ ਅਗਿਆਨ ਦੇ ਵਿੱਚ ਹੈ। ਦੂਜੀ ਸਥਿਤੀ ਇਹ ਪੈਦਾ ਹੁੰਦੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਮੁਖਵਾਕ ਨੇ ਕਿ ਮੋਹ ਦੇ ਤਲ 'ਤੇ ਜੀ ਜਿਉਂ ਰਿਹਾ ਜਗਤ ਕੀ ਹੈ, ਸਾਧੋ ਰਚਨਾ ਰਾਮ ਬਨਾਈ, ਇੱਕ ਬਿਨਸੈ ਇੱਕ ਅਸਥਰ ਮਾਨੈ, ਅਚਰਜ ਲਖਿਓ ਨਾ ਜਾਈ। ਕਿ ਇਹ ਮੋਹ ਕਰਕੇ ਹੀ ਹੈ ਕਿ ਬਿਨਸਣ ਦਾ ਨੇੜੇ ਬਿਨਸ ਰਿਹਾ, ਪਰ ਆਪਣੇ ਆਪ ਦੇ ਵਿੱਚ ਖਿਆਲ ਨਹੀਂ ਹੋ ਰਿਹਾ। ਇਹ ਪਹਿਲਾ ਪੱਧਰ ਹੈ ਕਿ ਇੱਥੇ ਆ ਕੇ ਮਨੁੱਖ ਜਾਗ ਜਾਏ ਕਿ ਜਿਹਦੇ ਨਾਲ ਮੇਰਾ ਸਨੇਹ ਹੈ ਬਿਨਸਣਹਾਰ ਹੈ, ਅਤੇ ਜਦੋਂ ਇਹ ਬਿਨਸਿਆ ਤਾਂ ਮੇਰਾ ਸਨੇਹ, ਮੇਰਾ ਮੋਹ ਪ੍ਰਭਾਵਿਤ ਹੋਏਗਾ ਅਤੇ ਇਹਦੇ ਕਰਕੇ ਦੁਖਿਤ ਹੋਣਾ ਪਏਗਾ। ਭਾਵ ਕਿ ਸੁਰਤ ਦੇ ਡਾਇਵਰਸ਼ਨ ਦੀ ਪਹਿਲੀ ਪੋਜੀਸ਼ਨ ਇਹ ਹੈ। ਅੱਗੇ ਜਾ ਕੇ ਤੀਜਾ ਅਰਥ ਇਹਦਾ ਬਣਦਾ ਹੈ ਭਰਮ ਭੁਲੇਖਾ। ਭੁਲੇਖਾ ਦਾ ਭਾਵ ਇਹ ਹੈ, ਜਿਵੇਂ ਸ਼ਰਾਬ ਦੇ ਨਸ਼ੇ ਵਿੱਚ ਗ੍ਰਸਤ ਹੋਵੇ ਮਨੁੱਖ ਅਤੇ ਉਹਦੇ ਕਦਮ ਬਾਰ-ਬਾਰ ਥਿੜਕਦੇ ਨੇ, ਬਾਰ-ਬਾਰ ਆਪਣੇ ਆਪ ਨੂੰ ਸੰਭਲਣ ਦਾ ਯਤਨ ਕਰਦਾ, ਬਾਰ-ਬਾਰ ਉਹਦੇ ਕਦਮ ਥਿੜਕਦੇ ਨੇ। ਇਸੇ ਪ੍ਰਕਾਰ ਬੜੀ ਵਾਰੀ ਆਲੇ ਦੁਆਲੇ 'ਚ ਮੋਹ ਦੀਆਂ ਤੰਦਾਂ ਟੁੱਟਦੀਆਂ ਦੇਖ ਕੇ, ਮੋਹ ਦੇ ਸੰਬੰਧਾਂ ਕਰਕੇ ਦੁਖਿਤ ਹੁੰਦਿਆਂ ਵੇਖ ਕੇ ਕਦੇ ਕਦੇ ਮਨ 'ਚ ਉਪਰਾਮਤਾ ਜਾਗਦੀ ਹੈ, ਪਰ ਫਿਰ ਇਹ ਨਸ਼ਾ ਚੜ੍ਹ ਜਾਂਦਾ ਹੈ ਅਤੇ ਕਹਿੰਦਾ ਜੀਵਨ ਦੀ ਤੋਰ ਬਣੀ ਰਹੇ। ਇਸ ਕਰਕੇ ਤੀਜੀ ਸਥਿਤੀ ਪੈਂਦੀ ਹੈ ਕਿ ਬੰਦਾ ਆਪਣੇ ਆਪ ਨੂੰ ਭੁਲੇਖੇ ਦੇ ਵਿੱਚ ਰੱਖਦਾ ਹੈ। ਇਸੇ ਕਰਕੇ ਸੰਸਾਰ ਦੇ ਦਾਨੇ ਪੁਰਸ਼ਾਂ ਨੇ ਕਿਹਾ ਹੈ ਕਿ ਹੰਕਾਰ ਅਤੇ ਮੋਹ ਇਹ ਦੋ ਐਸੇ ਨਸ਼ੇ ਨੇ, ਜੇ ਜ਼ਿੰਦਗੀ 'ਚ ਕੋਈ ਵਿਰਲਾ ਜਿਹੜਾ ਇਹਨਾਂ ਦਾ ਨਸ਼ੇ ਮਦ ਨੂੰ ਉਤਾਰ ਸਕੇ। ਤਾਂ ਇਸੇ ਪ੍ਰਕਾਰ ਇਹ ਤੀਜੀ ਸਥਿਤੀ ਹੈ ਭਰਮ ਭੁਲੇਖੇ ਦੀ ਵਾਰ-ਵਾਰ। ਤਾਂ ਚੌਥੀ ਸਥਿਤੀ ਹੈ ਇਹਦੀ ਬੇਹੋਸ਼ੀ ਵਾਲੀ। ਹੁਣ ਮੋਹ ਦੇ ਵਿੱਚ ਇਤਨਾ ਗ੍ਰਸਤ ਹੈ, ਹਜ਼ਾਰਾਂ ਸੰਬੰਧੀਆਂ ਦੀ ਅਰਥੀ, ਹਜ਼ਾਰਾਂ ਸੰਬੰਧ ਟੁੱਟ ਗਏ ਨੇ, ਅਜੇ ਨਹੀਂ ਜਾਗਿਆ। ਫਿਰ ਕਾਲ ਇਹਦੀ ਆਪਣੀ ਦੇਹ ਦੇ ਉੱਪਰ ਹੀ ਸਖਤ ਚੋਟ ਮਾਰੇਗਾ, ਤਾਂ ਫਿਰ ਇਹਨੂੰ ਯਾਦ ਆਏਗਾ ਕਿ ਬਾਕੀ ਮੋਹ ਤਾਂ ਕਿਤੇ ਰਹੇ, ਜਿਹੜਾ ਆਪਣੀ ਦੇਹ ਦੇ ਨਾਲ ਮੋਹ ਸੀ ਉਹ ਵੀ ਨਹੀਂ ਨਿਭਿਆ। ਇਸ ਕਰਕੇ ਉਪਨਿਸ਼ਦਾਂ ਦਾ ਇਹ ਵਾਕ ਬੜਾ ਸਾਰਥਕ ਹੈ ਕਿ ਬੰਦੇ ਦਾ ਮੋਹ ਆਪਣੇ ਆਪ ਨਾਲ ਹੈ, ਬਸ ਉਹਦੇ ਲਈ ਜਿਹੜੇ ਸਹਾਰੇ ਪੈਦਾ ਹੋ ਜਾਂਦੇ ਨੇ, ਫਿਰ ਮਨੁੱਖ ਉਹਨਾਂ ਦੇ ਨਾਲ ਸੰਬੰਧ ਜੋੜਨਾ ਸ਼ੁਰੂ ਕਰ ਦਿੰਦਾ ਹੈ। ਇਸੇ ਕਰਕੇ ਜਦੋਂ ਅਸੀਂ 52 ਵਾਕ ਮੈਂ ਕਈ ਵਾਰੀ ਦੇਖਦਾ ਕਿ ਸਾਡੀ ਨਾ ਦ੍ਰਿਸ਼ਟੀ ਬੜੀ ਸਧਾਰਨ ਹੋ ਗਈ ਹੈ। ਵੈਸੇ ਗੁਰਸਿੱਖਾਂ ਦੀ ਦ੍ਰਿਸ਼ਟੀ ਇੰਨੀ ਸਧਾਰਨ ਹੋਣੀ ਨਹੀਂ ਚਾਹੀਦੀ, ਕਿਉਂਕਿ ਸਾਨੂੰ ਤੱਤ ਗਿਆਨ ਦੇ ਨਾਲ ਸਤਿਗੁਰੂ ਨੇ ਜੋੜਿਆ। ਆਮ ਵਾਕ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਦੇ ਰੋਜ਼ਾਨਾ, ਆਵਣ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਪਹਿਲਾ ਵਾਕ ਸਮਝ ਆ ਜਾਂਦਾ ਸਾਰਿਆਂ ਨੂੰ, ਪਰ ਇਹ ਨਹੀਂ ਪਤਾ ਕਿ ਪਹਿਲੇ ਵਾਕ ਦਾ ਆਧਾਰ ਦੂਜਾ ਵਾਕ ਹੈ, ਆਗਿਆਕਾਰੀ ਕੀਨੀ ਮਾਇਆ। ਉਹੀ ਮਾਇਆ ਜਿਹਨੇ ਤੈਨੂੰ ਸਨੇਹ ਦੇ ਵਿੱਚ ਪਰਿਵਰਤ ਕੀਤਾ ਹੈ, ਉਹੀ ਮਾਇਆ ਦਾ ਪ੍ਰਪੰਚ ਹੈ ਜਿਹਨੇ ਤੈਨੂੰ ਅਗਿਆਨ ਵਿੱਚ ਪਰਿਵਰਤ ਕੀਤਾ, ਉਹੀ ਮਾਇਆ ਦਾ ਪੱਧਰ ਹੈ ਜਿਹਨੇ ਤੈਨੂੰ ਭਰਮ ਭੁਲੇਖੇ ਵਿੱਚ ਰੱਖਿਆ। ਤੂੰ ਨਹੀਂ ਇਹਨਾਂ ਤਿੰਨਾਂ ਪੱਧਰਾਂ 'ਤੇ ਜਾਗਿਆ, ਫਿਰ ਉਹੀ ਆਗਿਆਕਾਰੀ ਮਾਇਆ ਨੇ ਤੇਰੇ ਪੰਜਾਂ ਤੱਤਾਂ ਦੀ ਦੇਹ ਨੂੰ ਨਿਖੇੜ ਦਿੱਤਾ, ਤਾਂ ਫਿਰ ਤੇਰੇ ਜੀਵਨ ਦਾ ਖੇਲ ਪੂਰਾ ਬਿਨਸਿਆ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਹੇ ਅਜਿਤ ਸੂਰ ਸੰਗਰਾਮੰ, ਤੂੰ ਅਜਿਤ ਹੈ। ਕਹਿੰਦੇ ਕਿਸੇ ਮਹਾਤਮਾ ਦਾ ਕੋਈ ਚੇਲਾ ਸੀ, ਤਾਂ ਉਹ ਇੱਕ ਦਿਨ ਉਹਦੇ ਕੋਲ ਆਇਆ ਤਾਂ ਕਹਿਣ ਲੱਗਾ ਕਿ ਮੈਨੂੰ ਹੁਣ ਜੀਵਨ ਜਿਉਣ ਦੀ ਕੋਈ ਬਹੁਤੀ ਚਾਹ ਨਹੀਂ ਰਹੀ, ਮੈਂ ਨਹੀਂ ਚਾਹੁੰਦਾ ਕਿ ਬਹੁਤਾ ਚਿਰ ਜੀਵਿਆ ਜਾਵੇ, ਇਸ ਕਰਕੇ ਮੈਂ ਆਪਣਾ ਜੀਵਨ ਸਮਾਪਤ ਕਰਨਾ ਚਾਹੁੰਦਾ, ਪਰ ਇੱਕ ਸਮੱਸਿਆ ਮੁਸ਼ਕਿਲ ਆ ਰਹੀ ਹੈ। ਕਹਿੰਦਾ ਕੀ? ਕਹਿੰਦਾ ਮਗਰ ਪਰਿਵਾਰ ਨੇ, ਬੱਚੇ ਨੇ, ਇਹਨਾਂ ਦਾ ਕੀ ਕੀਤਾ ਜਾਵੇ?
ਤਾਂ ਮਹਾਤਮਾ ਕਹਿਣ ਲੱਗਾ ਕੋਈ ਨਾ, ਇਹ ਸਿਲਸਿਲਾ ਚੱਲਦਾ ਰਹੇਗਾ, ਤੂੰ ਚਿੰਤਾ ਨਾ ਕਰ ਇਸ ਗੱਲ ਦੀ। ਕਹਿੰਦਾ ਨਹੀਂ, ਮੈਨੂੰ ਲੱਗਦਾ ਹੈ ਕਿ ਪਤਨੀ ਮੇਰੇ ਬਿਨਾਂ ਨਹੀਂ ਜੀ ਸਕੇਗੀ, ਬੱਚੇ ਨਹੀਂ ਜੀ ਸਕਣਗੇ। ਤਾਂ ਮਹਾਤਮਾ ਕਹਿਣ ਲੱਗਾ ਨਹੀਂ, ਇਹ ਅਗਿਆਨਤਾ ਹੈ ਤੇਰੀ, ਸਭ ਚੱਲੇਗਾ। ਕਹਿੰਦਾ ਠੀਕ ਹੈ। ਉਸਨੇ ਕੁਝ ਦਿਨ ਉਹਨੂੰ ਕੋਲ ਰੱਖ ਕੇ ਸਵਾਸ ਸਾਧਨ ਦੀ ਪ੍ਰਕਿਰਿਆ ਸਿਖਾ ਦਿੱਤੀ, ਭਾਵ ਕਿ ਇੰਨੇ ਜ਼ਿਆਦਾ ਸਵਾਸ ਸਾਧ ਲੈਣੇ ਕਿ ਪੇਟ ਦੇ ਤਲ 'ਤੇ, ਹਿਰਦੇ ਦੇ ਤਲ 'ਤੇ ਹਰਕਤ ਪਤਾ ਹੀ ਨਾ ਚੱਲੇ ਕਿ ਸਵਾਸ ਲੈ ਰਿਹਾ ਜਾਂ ਨਹੀਂ ਲੈ ਰਿਹਾ। ਕਈ ਸਿੱਧ ਜੋਗੀ, ਸ਼ਾਇਦ ਆਪ ਜੀ ਨੇ ਪਿਛਲੇ ਸਮੇਂ, ਅੱਜ ਤੋਂ 10-12 ਸਾਲ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ ਜੋਗੀ ਇਸ ਤਰ੍ਹਾਂ ਦਾ ਮਿਲਿਆ ਸੀ ਕਿ ਮੈਡੀਕਲ ਸਾਇੰਸ ਵੀ ਹੈਰਾਨ ਸੀ, ਜਿਉਂਦਾ ਹੈ ਪਰ ਪਤਾ ਨਹੀਂ ਲੱਗਦਾ ਸਾਹ ਕਿੱਧਰ ਦੀ ਲੈ ਰਿਹਾ। ਇਸੇ ਪ੍ਰਕਾਰ ਉਹਨੇ ਸਵਾਸ ਪ੍ਰਕਿਰਿਆ ਸਿਖਾ ਦਿੱਤੀ। ਘਰ ਚਲਾ ਗਿਆ। ਘਰ ਜਾ ਕੇ ਉਹਨੂੰ ਕਹਿਣ ਲੱਗਾ ਕਿ ਲੇਟ ਜਾਈ, ਸਵਾਸ ਰੋਕ ਕੇ। ਜਦ ਲੇਟਿਆ, ਪਤਨੀ ਉਠਾਉਣ ਆਈ, ਦੇਖਿਆ ਸਵਾਸਾਂ ਦੀ ਹਰਕਤ ਕੋਈ ਬਾਕੀ ਨਹੀਂ ਹੈ। ਅੱਜ ਕੱਲ੍ਹ ਵਾਂਗ ਨਹੀਂ ਸੀ ਕਿ ਮੈਡੀਕਲ ਸਾਇੰਸ ਪੂਰੀ ਤਰ੍ਹਾਂ ਬਾਕਾਇਦਾ ਪ੍ਰਮਾਣਿਤ ਕਰੇ ਕਿ ਡੈਥ ਹੋ ਗਈ ਹੈ। ਤਾਂ ਉਹਨੇ ਸੋਚਿਆ ਕਿ ਸਵਾਸਾਂ ਦੀ ਗਤੀ ਰੁਕ ਗਈ ਹੈ, ਮ੍ਰਿਤੂ ਹੋ ਗਈ ਹੈ। ਉੱਚੀ ਉੱਚੀ ਕੁਰਲਾਹਟ ਸ਼ੁਰੂ ਕਰ ਦਿੱਤੀ, ਵਿਰਲਾਪ ਸ਼ੁਰੂ ਕਰ ਦਿੱਤਾ, ਬੱਚੇ ਵੀ। ਇਤਨੇ 'ਚ ਨੂੰ ਉਹ ਫਕੀਰ ਆਪ ਆ ਗਿਆ ਜਿਹਨੇ ਉਹਨੂੰ ਉਹ ਸਾਰੀ ਪ੍ਰਕਿਰਿਆ ਸਿਖਾਈ ਸੀ। ਉਹ ਕਹਿਣ ਲੱਗਾ ਇਹ ਤਾਂ ਮੇਰਾ ਚੇਲਾ ਸੀ, ਇਹ ਕਿਵੇਂ ਚੜ੍ਹਾਈ ਕਰ ਗਿਆ? ਤਾਂ ਕਹਿੰਦੇ ਜੀ ਕਦੋਂ ਚੜ੍ਹਾਈ ਕੀਤਾ? ਕਹਿੰਦੇ ਜੀ ਹੁਣੇ 5-7 ਮਿੰਟ ਪਹਿਲਾਂ ਹੀ। ਤਾਂ ਮਹਾਤਮਾ ਕਹਿਣ ਲੱਗਾ ਕਿ ਸਾਰੀ ਜੀਵਨ ਮੇਰੇ ਨਾਲ ਰਿਹਾ ਹੈ, ਮੈਂ ਇਹਨੂੰ ਵਾਪਸ ਲਿਆ ਸਕਦਾ ਜੇ ਕੋਈ ਮਨੁੱਖ ਇਹਦੀ ਬਦਲੇ ਮਰਨ ਨੂੰ ਤਿਆਰ ਹੋ ਜਾਏ। ਮੈਂ ਇਹਦੇ ਸਵਾਸ, ਇਹਦਾ ਜੀਵਨ ਵਾਪਸ ਕਰ ਸਕਦਾ ਜੇ ਕੋਈ ਇਹਦੇ ਲਈ ਮਰਨ ਲਈ ਤਿਆਰ ਹੋ ਜਾਏ। ਇੱਕ ਨੂੰ ਜਾਣਾ ਪਏਗਾ, ਇਹ ਵਾਪਸ ਆ ਜਾਏਗਾ। ਜੇ 5-7 ਮਿੰਟ ਪਹਿਲਾਂ ਹੀ ਮਰਿਆ ਹੈ, ਮੈਂ ਇਹਦੀ ਆਤਮਾ ਨੂੰ, ਸਾਰੇ ਨੂੰ ਵਾਪਸ ਲਿਆ ਸਕਦਾ। ਤੁਸੀਂ ਕੋਈ ਜੀਵ ਤਿਆਰੀ ਕਰੋ ਕਿ ਮੈਂ ਇਹਦਾ ਪ੍ਰਬੰਧ ਕਰ ਸਕਾਂ, ਪਰ ਇੱਕ ਨੂੰ ਤਿਆਰ ਹੋਣਾ ਪਏਗਾ। ਉਹੀ ਜਿਹੜੀ ਕੁਰਲਾਹਟ ਮੱਚੀ ਹੈ, ਤਾਂ ਉਸੇ ਵੇਲੇ ਚਿੰਤਾ ਦੇ ਵਿੱਚ ਪ੍ਰਵਿਰਤ ਹੋ ਗਈ। ਤਾਂ ਪਤਨੀ ਹਾਰ ਕੇ ਕਹਿਣ ਲੱਗੀ ਚਲੋ ਇਹਦਾ ਤਾਂ ਜੀਵਨ ਵਿਸ ਗਿਆ, ਸਾਨੂੰ ਕਿਉਂ ਮਾਰਦੇ, ਉਹਨੂੰ ਜਾਣ ਦਿਓ। ਉਹਨੇ ਉਹਨੇ ਸਵਾਸ ਆਪਣੇ ਆਮ ਕੀਤੇ, ਫਿਰ ਉੱਠ ਕੇ ਉਸੇ ਹਾਲਤ ਵਿੱਚ ਆ ਗਿਆ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਜਾਗ ਜਾਓ, ਜ਼ਰੂਰੀ ਹੈ ਜੀਵਨ ਦੇ ਲਈ। ਮੈਂ ਪਹਿਲਾਂ ਵੀ ਬਾਰ-ਬਾਰ ਅਰਜ਼ ਕੀਤੀ, ਜ਼ਰੂਰੀ ਹੈ, ਪਰ ਸਦੀਵੀ ਨਾ ਬਣਿਆ ਰਹੇ। ਸਦੀਵੀ ਬਣਿਆ ਰਿਹਾ ਤਾਂ ਜੀਵਨ ਦਾ ਜਿਹੜਾ ਮਨੋਰਥ ਹੈ ਉਸ ਤੋਂ ਛੁਟਕ ਜਾਵਾਂਗੇ। ਕਈ ਵਾਰੀ ਬਜ਼ੁਰਗਾਂ ਦੇ ਵਾਕ ਸੁਣੀਦੇ ਨੇ, ਬੜੀ ਹੈਰਾਨਗੀ ਆਉਂਦੀ ਹੈ। ਕਹਿੰਦੇ ਨੇ ਰੱਬਾ ਸਾਨੂੰ ਦੁਨੀਆ ਤੋਂ ਉਠਾ ਲੈ। ਮੈਂ ਬੜਾ ਗੌਹਜ ਨਾਲ ਵਾਕਦਾ ਹੁੰਦਾ ਵੀ ਇਹ ਕਿਉਂ ਆਖ ਰਹੇ ਨੇ। ਉਹਦੇ ਵਿੱਚ ਦਰਅਸਲ ਹੈ ਉਹ ਇਸ ਕਰਕੇ ਆਖ ਰਹੇ ਨੇ ਕਿ ਹੁਣ ਪਰਿਵਾਰ ਦੇ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਹੈ, ਅਤੇ ਜੇ ਵਾਕਿਆ ਹੀ ਸਾਰੇ ਇਕੱਠੇ ਹੋ ਕੇ ਕਹਿ ਦੇਣ ਚੱਲ ਤੈਨੂੰ ਉਠਾ ਹੀ ਦਈਏ, ਤਾਂ ਫਿਰ ਕਹੇਗਾ ਨਹੀਂ, ਉੱਠਣਾ ਨਹੀਂ ਹੈ। ਦਰਅਸਲ ਉਹ ਜਦੋਂ ਇਹ ਕਹਿ ਰਿਹਾ ਕਿ ਰੱਬਾ ਮੈਨੂੰ ਉਠਾ ਲੈ, ਉਦੋਂ ਸ਼ਿਕਾਇਤ ਕਰ ਰਿਹਾ ਦਰਅਸਲ ਦੇ ਵਿੱਚ ਕਿ ਕੋਈ ਮੇਰੀ ਪੁੱਛ ਪ੍ਰਤੀਤ ਕਰੇ, ਕੋਈ ਮੇਰੀ ਮਹੱਤਤਾ ਨੂੰ ਜਾਣੇ, ਕਿਸੇ ਕਾਰਜ ਵਿੱਚ ਮੇਰੀ ਸਲਾਹ ਲਈ ਜਾਵੇ। ਅੰਦਰੋਂ ਮਰਨ ਦੀ ਕਾਮਨਾ ਨਹੀਂ ਹੈ। ਇੱਕ ਅਰੇਬੀਅਨ ਕਹਾਣੀ ਹੈ, ਕਹਿੰਦੇ ਕਿ ਮੋਹ ਦੇ ਤਲ 'ਤੇ ਜਿਉਣ ਵਾਲਾ ਬੰਦਾ ਹਰ ਵਾਰੀ ਠੁੰਮਣਾ ਦਿੰਦਾ ਕਿ ਇਹ ਨਾ ਬਿਨਸੇ। ਸਾਰੀ ਜ਼ਿੰਦਗੀ ਲੱਕੜਾਂ ਕੱਟਦਾ ਰਿਹਾ, ਲੱਕੜਹਾਰਾ। ਲੱਕੜਾਂ ਕੱਟਦਿਆਂ ਸਾਰਾ ਜੀਵਨ ਬਤੀਤ ਗਿਆ। ਪਹਿਲਾਂ ਲੱਕੜਾਂ ਕੱਟਦਾ, ਬਾਅਦ ਚੁੱਕ ਕੇ ਸੁੱਟ ਕੇ ਆਉਂਦਾ, ਬੋਝ ਢਾਉਂਦਾ, ਬਿਰਧ ਹੋ ਗਿਆ। ਇੱਕ ਦਿਨ ਲੱਕੜਾਂ ਦਾ ਭਾਰ ਬੜਾ ਚੁੱਕਿਆ ਹੋਇਆ, ਬਜ਼ੁਰਗ ਸੀ, ਬੜਾ ਥੱਕ ਗਿਆ ਅਤੇ ਕਹਿਣ ਲੱਗਾ ਕਿ ਇਹ ਅੱਲਾਹ ਤਾਲਾ ਮੈਨੂੰ ਇਸ ਦੁਨੀਆ ਤੋਂ ਚੁੱਕ ਲੈ, ਉੱਪਰ ਲੈ ਜਾ, ਮੇਰੇ ਜੀਵਨ ਦਾ ਕੋਈ ਅਰਥ ਨਹੀਂ। ਨੇੜੇ ਕਿਤੇ ਮੌਤ ਜਾ ਰਹੀ ਸੀ। ਉਹਨੇ ਇਹ ਗੱਲ ਸੁਣ ਲਈ, ਉਹ ਕੋਲ ਆਈ ਤਾਂ ਕਹਿਣ ਲੱਗੀ ਹਾਂ ਭਾਈ, ਤੂੰ ਯਾਦ ਕੀਤਾ ਕਿ ਮੈਨੂੰ ਚੁੱਕ ਕੇ ਲੈ ਜਾ, ਚੱਲ ਫਿਰ ਤਿਆਰ ਹੋ, ਤੂੰ ਕਿਹਾ ਕਿ ਮੈਨੂੰ ਲੈ ਜਾ, ਮੈਂ ਤੈਨੂੰ ਲੈਣ ਆਈ ਹਾਂ। ਕਹਿਣ ਲੱਗਾ ਨਹੀਂ ਨਹੀਂ, ਮੈਂ ਇਸ ਤਰ੍ਹਾਂ ਥੋੜ੍ਹਾ ਕਿਹਾ ਹੈ। ਦਰਅਸਲ ਮੈਨੂੰ ਆ ਲੱਕੜਾਂ ਦਾ ਭਾਰ ਬੜਾ ਲੱਗ ਰਿਹਾ ਸੀ ਅਤੇ ਮੈਂ ਕਿਹਾ ਕੋਈ ਮੇਰੇ ਸਿਰ ਤੋਂ ਹੇਠਾਂ ਉਤਾਰ ਦੇਵੇ ਤਾਂ ਕਿ ਮੈਂ ਥੋੜ੍ਹਾ ਸਾਹ ਲੈ ਸਕਾਂ। ਇਸੇ ਤਲ 'ਤੇ ਮਨੁੱਖ ਜੀਂਦਾ। ਹੇ ਅਜਿੱਤ, ਕਈ ਵਾਰੀ ਲਿਟਰੇਚਰ ਦੇ ਤੌਰ 'ਤੇ ਨਾ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਹੁੰਦੀਆਂ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੇ ਅਜਿੱਤ, ਨਹੀਂ ਜਿੱਤਿਆ ਜਾਣ ਵਾਲਾ, ਭਾਵ ਕਿ ਕੋਈ ਤੇਰੇ ਤੋਂ ਪਾਰ ਨਹੀਂ ਪਾ ਸਕਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੇ ਅਜਿੱਤ, ਇਸੇ ਤਲ 'ਤੇ ਮਨੁੱਖ ਜਾਗਦਾ ਹੈ। ਤਾਂ ਹੁਣ ਗੱਲ ਕੀ, ਇਹਦੇ ਵਿੱਚ ਸੀਮਾਗਤ ਹੋਈ ਜਾਂਦਾ ਮਨੁੱਖ। ਹੁਣ ਇੱਕ ਪੱਧਰ 'ਤੇ ਹੁਣ ਗੁਰੂ ਸਾਹਿਬ ਜੀ ਦੁਖਤ ਹੋਣਾ ਪੈਂਦਾ। ਮੈਨੂੰ ਕਿਸੇ ਕਵੀ ਦੀ ਗੱਲ ਯਾਦ ਹੈ, ਕਹਿੰਦਾ ਕਿ ਹੇ ਅਕਾਲ ਪੁਰਖ, ਤੇਰੇ ਮੋਹ ਦੇ ਸਾਗਰ ਵਿੱਚੋਂ ਇੱਕ ਬੂੰਦ ਪੀਤੀ, ਜ਼ਿੰਦਗੀ ਜਿਉਣ ਲਈ ਇੱਕ ਬੂੰਦ ਪੀਤੀ, ਪਰ ਜਦੋਂ ਉਸ ਮੋਹ ਬਿਨਸਿਆ, ਉਹਨੂੰ ਉਤਾਰਨ ਦੇ ਲਈ ਪਤਾ ਨਹੀਂ ਕਿੰਨੇ ਸਾਗਰ ਹੰਝੂਆਂ ਦੇ ਮੈਨੂੰ ਵਹਾਉਣੇ ਪਏ। ਇਸ ਕਰਕੇ ਮੋਹ ਦੀ ਐਡੀ ਵੱਡੀ ਕੀਮਤ ਉਤਾਰਨੀ ਪੈਂਦੀ ਹੈ। ਤਾਂ ਕਰਕੇ ਗੁਰਬਾਣੀ 'ਚ ਵਰਦਾਸ ਹੈ, ਕਾਮ ਕ੍ਰੋਧ ਅਦਰ ਲੋਭ ਮੋਹ ਬਿਨ ਸਜਾਏ ਅਹਮੇਵ, ਕਿ ਬਿਨ ਸੇ। ਹੁਣ ਦੂਜੀ ਗੱਲ,
ਹੁਣ ਇਹਦੇ ਵਿੱਚ ਸਮੱਸਿਆ ਕੀ ਹੈ? ਮੈਂ ਤਾਂ ਕਿਤੇ ਇਨਕਾਰ ਨਹੀਂ ਕਰ ਰਿਹਾ ਕਿ ਮੋਹ ਦੇ ਤਲ 'ਤੇ ਨਾ ਜੀਵਿਆ ਜਾਵੇ, ਪਰ ਮੋਹ ਦੇ ਵਿੱਚ ਸੱਚ ਗਿਆਨ ਵੀ ਸਮਾਇਆ ਹੋਣਾ ਚਾਹੀਦਾ ਹੈ। ਜੇ ਸੱਚ ਉਹਦੇ 'ਤੇ ਆਧਾਰਿਤ ਨਹੀਂ ਹੈ ਤਾਂ ਇਸੇ ਪ੍ਰਕਾਰ ਗੁਰਬਾਣੀ 'ਚ ਵਾਕ ਆਉਂਦਾ ਨਾ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਕਿਉਂਕਿ ਤੇਰੇ ਜੀਵਨ ਦੀ ਤੋਰ ਨੂੰ ਵੀ ਚਲਾਉਣਾ ਹੈ ਮਾਲਕ ਨੇ, ਪਰ ਇਹਦਾ ਨਹੀਂ ਕਿ ਇਹਦੀ ਤੋਰ ਵਿੱਚ ਚੱਲਦਿਆਂ ਚੱਲਦਿਆਂ ਇਹਨਾਂ ਦੇ ਨਾਲ ਪਰਚ ਜਾਵੇਂ ਅਤੇ ਬਾਅਦ ਤੈਨੂੰ ਵੱਡੀ ਹੋਂਦ ਵੱਡਾ ਮਨੋਰਥ ਹੀ ਵਿਸਰ ਜਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਹੇ ਅਜਿਤ ਸੂਰ ਸੰਗਰਾਮੰ, ਵੱਡੇ ਵੱਡੇ ਸੂਰਮੇ, ਸੰਸਾਰ ਦਾ ਸਾਰਾ ਸੰਗਰਾਮ ਤੇਰੇ ਕਰਕੇ ਚੱਲਦਾ, ਤੇਰੇ ਕਰਕੇ ਜੀਵ ਇੱਕ ਦੂਜੇ ਨੂੰ ਚੇਤਾ ਕਰਦੇ ਹਨ। ਔਰ ਦੂਜੀ ਗੱਲ, ਮੋਹ ਦੇ ਤਲ 'ਤੇ ਜਿਉਣ ਵਾਲਾ ਮਨੁੱਖ, ਔਰ ਇਸ ਤੋਂ ਇਲਾਵਾ ਪਰਿਵਾਰ ਤੋਂ ਅੱਗੇ ਵੀ ਮਨੁੱਖ ਮੋਹ ਵਿਕਸਿਤ ਕਰਦਾ ਹੈ। ਬੜੇ ਪੱਧਰਾਂ 'ਤੇ ਮਨੁੱਖ ਦਾ ਮੋਹ ਜਾਗਦਾ, ਆਕਰਸ਼ਣ ਜਾਗਦਾ। ਕਦੇ ਕਿਸੇ ਦਿਨ ਬੈਠ ਕੇ ਲਿਖਣਾ ਕਿ ਮੇਰਾ ਆਕਰਸ਼ਣ ਕਿੰਨਿਆਂ ਪ੍ਰਤੀ ਹੈ। ਦੇਖਣ ਚਾਹੁੰਦਾ ਜਿੱਥੇ ਵੀ ਕੋਈ ਬੰਦਾ 6-7 ਮਹੀਨੇ ਥੋੜ੍ਹਾ ਸਮਾਂ ਗੁਜ਼ਾਰ ਲੈਂਦਾ ਹੈ, ਉੱਥੇ ਉਹਦਾ ਚਿੱਤ ਪਰਚ ਜਾਂਦਾ ਹੈ ਅਤੇ ਉਹਨੂੰ ਉਹ ਸਦੀਵ ਮੰਨਣ ਲੱਗ ਪੈਂਦਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਸੰਸਾਰ ਦੀ ਸਰਾਂ ਵਿੱਚ ਜੀਵਨ ਦਾ ਕੁਝ ਸਮਾਂ ਬਤੀਤ ਕਰਨ ਆਇਆ, ਇੱਥੇ ਕੁਝ ਕੁ ਦਿਨ ਬਤੀਤ ਕਰਨੇ ਸਨ, ਅਜਿਹਾ ਸੰਸਾਰ ਦੀ ਸਰਾਂ ਦੇ ਨਾਲ ਪਰਚਿਆ ਹੈ ਤਾਂ ਫਿਰ ਕੀ ਹੈ ਕਿ ਫਿਰ ਕਾਲ ਨੂੰ ਆਪਣੀ ਚੋਟ ਮਾਰ ਕੇ ਲਿਜਾਣਾ ਪੈਂਦਾ। ਇਸ ਦ੍ਰਿਸ਼ ਨੂੰ ਮੈਂ ਕਈ ਵਾਰੀ ਇਉਂ ਵੀ ਮਾਣਦਾ ਹੁੰਦਾ ਕਿ ਕਈ ਵਾਰੀ ਮਾਤਾ ਪਿਤਾ ਬੱਚਿਆਂ ਨੂੰ ਆਗਿਆ ਕਰ ਦਿੰਦੇ, ਜਾਓ ਪਾਰਕ ਦੇ ਵਿੱਚ 2 ਘੰਟੇ ਖੇਡ ਆਓ। 2 ਘੰਟੇ ਬੱਚੇ ਚਲੇ ਜਾਂਦੇ ਨੇ, 2 ਘੰਟੇ ਬਾਅਦ ਨਾ ਆਉਣ ਤਾਂ ਉਹੀ ਮਾਤਾ ਪਿਤਾ ਜਿਹਨੇ ਆਗਿਆ ਕੀਤੀ ਹੁੰਦੀ ਹੈ ਬਾਕਾਇਦਾ ਚਪੇੜ ਲਗਾ ਕੇ ਵਾਪਸ ਵੀ ਲਿਜਾਂਦੇ ਨੇ ਕਿ ਟਾਈਮ ਬਹੁਤ ਜ਼ਿਆਦਾ ਹੋ ਰਿਹਾ। ਇਸੇ ਪ੍ਰਕਾਰ ਮੋਹ ਦੀ ਤੈਨੂੰ ਤੱਤ ਪਾ ਕੇ ਤੇਰੇ ਜੀਵਨ ਨੂੰ ਰਸਦਾਇਕ ਬਣਾਉਣ ਲਈ ਸੰਸਾਰ ਨੇ ਅਕਾਲ ਪੁਰਖ ਨੇ ਸੰਸਾਰ 'ਤੇ ਭੇਜਿਆ। ਠੀਕ ਹੈ, ਜੀਵਨ ਦਾ ਥੋੜ੍ਹਾ ਬਹੁਤਾ ਤਾਣ ਮਾਣ, ਪਰ ਜੇ ਇਹਦੇ ਵਿੱਚ ਪਰਚ ਕੇ ਰਹਿ ਗਿਆ ਤਾਂ ਫਿਰ ਕਾਲ ਦੀ ਚੋਟ ਇਹਨੂੰ ਛੁਡਾ ਵੀ ਲਏਗੀ। ਔਰ ਦੂਜੀ ਗੱਲ, ਇਹ ਅੱਗੇ ਤੋਂ ਅੱਗੇ ਚੱਲਿਆ ਜਾਂਦਾ। ਮੋਹ ਦੇ ਵਿੱਚ ਤ੍ਰਿਸ਼ਨਾ ਵੀ ਕੰਮ ਕਰਦੀ ਹੈ। ਜਦ ਤੱਕ ਆਪਣਾ ਕੋਈ ਨਵਾਂ ਸੰਬੰਧ ਨਹੀਂ ਸੀ ਬਣਿਆ, ਮਾਤਾ ਪਿਤਾ ਤੱਕ ਮੋਹ ਸੀਮਤ ਸੀ। ਵਿਸ਼ਿਆਂ ਵਿਕਾਰਾਂ ਨੇ ਹਿਰਦੇ ਵਿੱਚ ਦਖਲ ਦਿੱਤਾ, ਜੀਵਨ ਦੇ ਵਿੱਚ ਕਾਮ ਦੀ ਸ਼ਕਤੀ ਉਤਪੰਨ ਹੋਈ, ਪਤਨੀ ਦਾ ਸੰਬੰਧ ਜ਼ਰੂਰੀ ਹੈ ਬਣਾਇਆ ਜਾਏ, ਬਣ ਗਿਆ, ਔਲਾਦ ਪੈਦਾ ਹੋ ਗਈ। ਇੱਥੋਂ ਤੱਕ ਵੀ ਠੀਕ ਸੀ ਕਿ ਚਲੋ ਜੀਵਨ ਦਾ ਇੰਨਾ ਕੁ ਸਿਲਸਿਲਾ ਤਾਂ ਮੰਨਿਆ ਜਾਂਦਾ ਹੈ। ਹੈਰਾਨਗੀ ਦੀ ਗੱਲ ਹੈ, ਇਹ ਔਲਾਦ ਦੀ ਔਲਾਦ 'ਤੇ ਚਲਾ ਗਿਆ, ਉਸ ਤੋਂ ਵੀ ਅੱਗੇ ਚਲਾ ਗਿਆ। ਅਤੇ ਕਈ ਵਾਰੀ ਤਾਂ ਬਜ਼ੁਰਗਾਂ ਦੀ ਐਸੀ ਕਾਮਨਾ ਦੇਖੀ ਹੈ। ਤਾਂ ਮੈਨੂੰ ਯਾਦ ਹੈ ਗੁਰਦਾਸਪੁਰ ਦੇ ਨਿਕਟ ਕਿਤੇ ਗਿਆ ਸਾਂ, ਤਾਂ ਉੱਥੇ ਬਕਾਇਦਾ ਮੈਨੂੰ ਕਿਸੇ ਬਜ਼ੁਰਗ ਬੀਬੀ ਨੇ ਕਿਹਾ ਸੀ ਕਿ ਮੇਰੇ ਪੜਪੋਤਰੇ ਦੇ ਘਰ ਪੁੱਤਰ ਹੋ ਜਾਏ। ਮੈਂ ਕਿਹਾ, ਬੀਬੀ ਤੇਰਾ ਉਧਾਰ ਨਹੀਂ ਹੋ ਸਕਦਾ, ਅਰਦਾਸ ਤਾਂ ਮੈਂ ਕਰ ਦਿੰਦਾ, ਪਰ ਤੇਰਾ ਕੰਮ ਮੁਸ਼ਕਲ ਹੈ, ਇੰਨੀ ਜ਼ਿਆਦਾ ਮੋਹ ਦੇ ਵਿੱਚ ਹੈ। ਤਾਂ ਇਸੇ ਪ੍ਰਕਾਰ ਔਰ ਅੱਗੇ ਜਾਂਦਾ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਨਾ ਕਿ ਮੋਹ ਕੀ ਜੇਵਰੀ ਬਾਧਿਓ ਚੋਰ, ਇਹੋ ਜਿਹੀ ਅੱਗੇ ਅੱਗੇ ਚਲੀ ਜਾਂਦੀ ਹੈ, ਜਿਉਣ ਦੀ ਕਾਮਨਾ ਵੱਧਦੀ ਹੈ। ਔਰ ਦੂਜੀ ਗੱਲ, ਮੋਹ ਕਰਕੇ ਹੀ ਸਵਰਗ ਦੀ ਕਲਪਨਾ ਕੀਤੀ ਗਈ ਹੈ। ਇੱਥੇ ਕਈ ਵਾਰ ਦੇਖਿਆ ਸਾਰਾ ਜੀਵਨ ਆਨੰਦ ਦੇ ਨਾਲ ਮਾਣਿਆ, ਤਾਂ ਵੀ ਕਾਮਨਾ ਕੀਤੀ ਜਾ ਰਹੀ ਕਿ ਅੱਗੇ ਸਵਰਗ ਪ੍ਰਾਪਤ ਹੋ ਜਾਵੇ, ਮਰਨ ਤੋਂ ਵੀ ਅੱਗੇ ਚਲਿਆ ਜਾਂਦਾ। ਲੰਮੇ ਜੀਵਨ ਜਿਉਣ ਦੀ ਕਾਮਨਾ, ਬਹੁਤ ਪਦਾਰਥ ਹੋਣ ਦੀ ਕਾਮਨਾ, ਇਹ ਸਾਰਾ ਕੁਝ ਮਨੁੱਖ ਦਾ ਮੋਹ ਦੇ ਤਲ 'ਤੇ ਜਿਉਂਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ, ਹੇ ਅਜਿਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨੇ, ਅਤੇ ਬੜੇ ਵੱਡੇ ਸੂਰਮਿਆਂ ਦਾ ਮਾਨ ਵੀ ਦਲਣ ਕਰਨ ਵਾਲਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸੰਸਾਰ ਦੇ ਵੱਡੇ ਵੱਡੇ ਸੂਰਮੇ। ਤਾਂ ਇਸੇ ਪ੍ਰਕਾਰ ਹੁਣ ਜਦੋਂ ਮਹਾਭਾਰਤ ਦਾ ਸੰਗਰਾਮ ਛਿੜਿਆ ਤਾਂ ਅਰਜੁਨ ਸੂਰਮਾ ਹੈ, ਅਰਜਨ ਦੇ ਕੋਲ ਸਾਰੀ ਪ੍ਰਤਿਭਾ ਹੈ। ਤਾਂ ਮੋਹ ਦੇ ਤਲ 'ਤੇ ਉਸਨੇ ਕਹਿ ਦਿੱਤਾ ਕਿ ਮੈਂ ਨਹੀਂ ਮਾਰ ਸਕਦਾ, ਕਿ ਜਿਹੜੇ ਮੇਰੇ ਭੈਣ ਭਰਾ ਸੰਬੰਧੀ ਹਨ, ਸਾਹਮਣੇ ਮੇਰੇ ਗੁਰੂ ਸਿਕਸ਼ਕ ਵੀ ਹਨ। ਤਾਂ ਫਿਰ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਿ ਅਰਜਨ, ਤੇਰੀ ਅੱਖ ਦੇ ਪਹਿਲੇ ਪੱਧਰ 'ਤੇ ਪੜਦਾ ਹੈ, ਤੂੰ ਆਪਣੀ ਅੱਖ ਦੇ ਪਿੱਛੇ ਪਰਤ ਕੇ ਦੇਖ, ਤਾਂ ਤੂੰ ਦੇਖ ਕੇ ਜਿਹੜਾ ਤੂੰ ਸੰਬੰਧੀ ਕਹਿ ਰਿਹਾ, ਇਹ ਸੰਬੰਧੀ ਤੈਨੂੰ ਕਿਹਨੇ ਦੱਸਿਆ ਕਿ ਤੇਰੇ ਸੰਬੰਧੀ ਨੇ? ਜਦੋਂ ਉਹ ਜਾਗਿਆ ਤਾਂ ਉਹਨੇ ਕਿਹਾ, ਇਹ ਸੰਗਿਆ ਤਾਂ ਮੈਂ ਆਪ ਦਿੱਤੀਆਂ ਨੇ। ਹੁਣ ਉਦਾਹਰਨ ਦੇ ਤੌਰ 'ਤੇ ਪੱਛਮ ਦੇ ਵਿੱਚ ਕੋਈ ਬਹੁਤੇ ਰਿਸ਼ਤਿਆਂ ਦੀ ਜਿਹੜੀ ਬੈਲੈਂਸ ਹੈ ਉਹ ਬਚਿਆ ਨਹੀਂ ਹੈ। ਉੱਥੇ ਭਾਵ ਕਿ ਇੱਕੋ ਮਾਤਾ ਪਿਤਾ ਦੇ ਘਰ ਭੈਣ ਪੈਦਾ ਹੋਣ ਵਾਲੇ ਲੜਕਾ ਲੜਕੀ ਨੂੰ ਬਹੁਤੀ ਵਾਰੀ ਇਹ ਖਿਆਲ ਨਹੀਂ ਹੁੰਦਾ ਕਿ ਮੇਰੀ ਭੈਣ ਹੈ, ਮੇਰਾ ਭਰਾ ਹੈ, ਕਿਉਂਕਿ ਉਹਨਾਂ ਦਾ ਸਟਰਕਚਰ ਹੀ ਐਵੇਂ ਦਾ ਬਣ ਗਿਆ। ਤਾਂ ਇਸੇ ਪ੍ਰਕਾਰ ਸ਼੍ਰੀ ਕ੍ਰਿਸ਼ਨ ਕਹਿਣ ਲੱਗੇ ਕਿ ਇਹ ਤੂੰ ਸੰਗਿਆ ਦਿੱਤੀ ਹੈ ਕਿ ਮੇਰੇ ਭੈਣ ਨੇ, ਭਰਾ ਹੀ ਨੇ। ਦਰਅਸਲ ਇਹ ਸੰਸਾਰ ਦਾ ਪ੍ਰਪੰਚ ਚੱਲ ਰਿਹਾ, ਉਹਦੇ ਵਿੱਚ ਕੁਝ ਤੈਨੂੰ ਨਿਕਟ ਵਰਤੀ ਮਿਲਣਗੇ,
ਕੁਝ ਓਪਰੇ ਪਰਾਏ ਮਿਲਣਗੇ। ਜਿਨ੍ਹਾਂ ਨੂੰ ਤੂੰ ਆਪਣੇ ਮੰਨ ਲਿਆ ਉਹਨਾਂ ਨੂੰ ਤੂੰ ਸੰਗਿਆ ਦੇ ਲੈਂਦਾ, ਜਿਨ੍ਹਾਂ ਨੂੰ ਪਰਾਇਆ ਮੰਨ ਲਿਆ ਉਹਨਾਂ ਨੂੰ ਤੂੰ ਕੋਈ ਨਾਮ ਨਹੀਂ ਦਿੰਦਾ। ਇਸ ਕਰਕੇ ਸਾਰੇ ਸੰਬੰਧ ਤੇਰੇ ਅਗਿਆਨ 'ਤੇ ਆਧਾਰਿਤ ਨੇ। ਜਦੋਂ ਹੀ ਇਹ ਉਪਦੇਸ਼ ਦਿੱਤਾ ਉਹਨੇ ਬਾਣ ਉਠਾ ਲਏ। ਤਾਂ ਇਸੇ ਪ੍ਰਕਾਰ ਔਰ ਮੋਹ ਅਜਿੱਤ ਕਿਵੇਂ? ਕਹਿੰਦੇ ਇੱਕ ਵਾਰੀ ਸ਼੍ਰੀ ਅਰਜਨ ਦਾ ਪੁੱਤਰ ਅਭਿਮਨਿਊ ਉਹਦੀ ਗੋਦ ਵਿੱਚ ਖੇਡ ਰਿਹਾ ਸੀ ਅਤੇ ਉਹਨੇ ਖੇਡਦੇ ਖੇਡਦੇ ਨੇ ਅਰਜਨ ਦੀ ਪੱਗ ਲਾ ਦਿੱਤੀ। ਸ਼੍ਰੀ ਕ੍ਰਿਸ਼ਨ ਹੱਸ ਪਏ। ਤਾਂ ਅਰਜਨ ਕਹਿਣ ਲੱਗਾ ਕਿ ਤੁਸੀਂ ਹੱਸੇ ਕਿਉਂ? ਕਹਿੰਦਾ ਮੈਂ ਜਾਣਦਾ ਕਿ ਤੂੰ ਐਡਾ ਵੱਡਾ ਸੂਰਮਾ ਹੈ, ਕੋਈ ਦੂਜਾ ਤੇਰੀ ਪੱਗ ਲਾਉਂਦਾ ਤਾਂ ਸ਼ਾਇਦ ਤੂੰ ਸਿਰ ਕਲਮ ਕਰ ਦਿੰਦਾ। ਪੁੱਤਰ ਨੇ ਤੇਰੀ ਪੱਗ ਲਾਈ ਹੈ ਅਤੇ ਤੂੰ ਖੁਸ਼ੀ ਹੋ ਰਿਹਾ, ਤੈਨੂੰ ਪ੍ਰਸੰਨਤਾ ਆ ਰਹੀ ਹੈ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹੇ ਅਜਿੱਤ ਸੂਰ ਸੰਗਰਾਮੰ, ਬੜੇ ਪ੍ਰਕਾਰ ਕਰਕੇ ਸੰਸਾਰ ਦੇ ਤੂੰ ਅਜਿੱਤ ਕਰਦਾ, ਬੜੇ ਬੜੇ ਮਹਾਬਲੀ। ਅਤੇ ਇਸੇ ਪ੍ਰਕਾਰ ਗੁਰੂ 'ਚ ਵਾਕ ਆਉਂਦਾ ਨਾ, ਗੁਰਬਾਣੀ 'ਚ ਵਾਕ ਮਨ ਮੈਂ ਝੂਰੈ ਰਾਮਚੰਦ ਸੀਤਾ ਲਛਮਣ ਜੋਗ। ਉਂਝ ਪੂਰਨ ਕਲਾ ਅਵਤਾਰ ਸੀ, ਪਰ ਸੀਤਾ ਰਾਮ ਲਖਮਣ ਦੇ ਜਿਹੜੇ ਵਿਛੋੜੇ ਕਰਕੇ ਉਹਨਾਂ ਦੇ ਹਿਰਦੇ 'ਚ ਐਸੇ ਭਾਵ ਪੈਦਾ ਹੋਏ, ਉਹਦੇ ਕਰਕੇ ਕਲਾਵਾਂ ਘਟ ਗਈਆਂ ਸਨ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਤ ਬਲਨਾ ਬਹੁ ਮਰਦ ਨੇ, ਬੜਿਆਂ ਬੜਿਆਂ ਦਾ ਮਾਣ ਦਲਣ ਕਰਨ ਵਾਲਾ ਹੈ, ਜਿਹੜੇ ਆਪਣੇ ਜੀਵਨ ਦਾ ਪਸਾਰਾ ਬਹੁਤ ਲੰਮਾ ਚਿਤਵਦੇ ਹਨ। ਇਸੇ ਕਰਕੇ ਗੁਰੂ ਸਾਹਿਬ ਜੀ 'ਚ ਬਾਣੀ 'ਚ ਬਹੁਤ ਵਾਰੀ ਜਾਗਣ ਦੀ ਗੱਲ ਆਉਂਦੀ ਕਿ ਜਾਗਣਾ ਚਾਹੀਦਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਤ ਬਲਨਾ ਬਹੁ ਮਰਦਨ ਹੈ, ਗਣ ਗੰਧਰਵ ਦੇਵ ਮਾਨੁਖਯੰ ਪਸ ਪੰਖੀ ਬੇਮੋਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਿਸੇ ਇੱਕ ਪੱਧਰ 'ਤੇ ਥੋੜ੍ਹਾ ਗਣ ਦਾ ਭਾਵ ਦੇਵਤਿਆਂ ਦੇ, ਸ਼ਿਵ ਦੇ ਇੰਦਰ ਦੇ ਦਾਸ, ਗਣਧਰਵ ਭਾਵ ਇੰਦਰ ਦੇ ਦੇਵਤੇ ਦਰਬਾਰ ਦੇ ਗਵਈਏ, ਦੇਵ ਦਾ ਭਾਵ ਕੁੱਲ ਦੇਵਤੇ, ਮਨੁੱਖ ਦਾ ਭਾਵ ਸਾਰੀ ਮਨੁੱਖ ਜਾਤੀ, ਪਸ਼ੂ ਦਾ ਭਾਵ ਸਾਰੇ ਪਸ਼ੂ, ਅਤੇ ਪੰਖੀ ਦਾ ਭਾਵ ਜਿਤਨੇ ਪੰਛੀ ਆਦਿਕ ਹਨ ਬਿਮੋਹ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੋਈ ਵੀ ਐਸਾ ਨਹੀਂ ਹੈ ਜਿਹਨੂੰ ਤੂੰ ਆਪਣੇ ਪ੍ਰਤੀ ਆਕਰਸ਼ਣ ਪੈਦਾ ਨਹੀਂ ਕਰਦਾ, ਸਾਰੇ ਤੇਰੇ ਵੱਲ ਖਿੱਚੇ ਜਾਂਦੇ ਹਨ। ਹੁਣ ਮੋਹ ਦਾ ਚੱਲ ਦੇਖੀਏ, ਜਿਵੇਂ ਮਨੁੱਖ ਜਾਤੀ ਨੂੰ ਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਫੀਡ ਕਰਾਂ, ਪਸ਼ੂ ਪੰਛੀਆਂ 'ਚ ਵੀ ਐਸਾ ਹੁੰਦਾ ਹੈ, ਉਹ ਵੀ ਆਪਣੇ ਬੱਚੇ ਨੂੰ ਆਪਣੇ ਹੱਥਾਂ ਨਾਲ ਮੂੰਹ ਨਾਲ ਫੀਡ ਕਰਦੇ ਨੇ। ਜਦ ਉਹਨਾਂ ਦੀ ਮ੍ਰਿਤੂ ਹੁੰਦੀ ਹੈ ਉਹ ਵੀ ਕੁਰਲਾਹਟ ਕਰਦੇ ਹਨ। ਇਹਦਾ ਮਤਲਬ ਸਗਲ ਜਗਤ ਨੂੰ ਮੋਹ ਦੀ ਫਾਹੀ ਦੇ ਨਾਲ ਅਕਾਲ ਪੁਰਖ ਨੇ ਨੱਥਿਆ ਹੋਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਪਸ ਪੰਖੀ ਬੇਮੋਹਨ। ਇਸ ਕਰਕੇ ਅਕਾਲ ਪੁਰਖ ਤੂੰ ਸਾਰਿਆਂ ਨੂੰ ਆਪਣੀ ਤਰਫ ਮੋਹ ਦੇ ਕਰਕੇ ਆਕਰਸ਼ਿਤ ਕਰਦਾ ਹੈ। ਹੁਣ ਇਸ ਤੋਂ ਅਗਲਾ ਨੁਕਤਾ, ਆਰੰਭ ਦੇ ਵਿੱਚ ਗੱਲ ਇਸ ਨੁਕਤੇ 'ਤੇ ਸੀ ਕਿ 4 ਨੁਕਤਿਆਂ ਕਰਕੇ ਵਿਆਪਦਾ ਹੈ। ਤਾਂ ਹੁਣ ਮਨੁੱਖ ਕਹੇਗਾ ਕਿ ਜੀਵਨ ਦੇ ਲਈ ਜ਼ਰੂਰੀ ਵੀ ਹੈ, ਅਤੇ ਪਰ ਇਹਦੇ ਤੋਂ ਛੁਟਕਣ ਦਾ ਢੰਗ ਕੀ ਹੈ? ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰਹ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹਰ ਕਰਨ ਹਾਰੰ, ਪਹਿਲਾਂ ਮਾਲਕ ਦੀ। ਹੁਣ ਨਾ ਜਪਜੀ ਸਾਹਿਬ ਦੀ ਬਾਣੀ 'ਚ ਵਾਕ ਆਉਂਦਾ ਹੈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ। 5-7 ਸਾਲ ਹੋ ਗਏ ਨੇ ਇਸ ਵਾਕ ਦੀ ਖੋਜ ਦੇ ਵਿੱਚ ਕਿ ਕਿਤੇ ਤਾਂ ਕੋਈ ਇੱਕ ਅੱਧਾ ਵਾਕ ਇਹਦੇ ਬਾਰੇ ਸਪਸ਼ਟ ਹੋਏ, ਪਰ ਨਿੱਤ ਨਵਾਂ ਵਿਕਾਸ ਇਹਦੇ ਅੰਦਰ ਹੁੰਦਾ। ਹੁਣ ਨਾਨਕ ਹੁਕਮੈ ਜੇ ਬੁੱਝੈ, ਹੁਕਮ ਦਾ ਪਹਿਲਾ ਪੱਧਰ ਇਹ ਸਮਝ ਕਿ ਤੇਰੀ ਜੀਵਨ ਦੀ ਉਤਪਤੀ ਹੋਣੀ ਸੀ, ਤੇਰੇ ਜੀਵਨ ਨੂੰ ਰਸ ਵਾਲਾ ਬਣਾਉਣਾ ਸੀ, ਭੈਣ ਭਾਈ ਸਾਰੇ ਸੰਬੰਧੀ ਪੈਦਾ ਕੀਤੇ ਨੇ। ਪਹਿਲਾਂ ਹੁਕਮ ਦੀ ਪਹਿਲੀ ਸੋਝੀ ਇਹ ਆਪਣੇ ਅੰਦਰ ਦ੍ਰਿੜ ਕਰਕੇ ਜ਼ਰੂਰੀ ਨੇ ਕਿ ਅਗਰ ਤੈਨੂੰ ਉਦਾਸੀ ਹੋਵੇ ਤਾਂ ਕੋਈ ਤੈਨੂੰ ਚੜ੍ਹਦੀ ਕਲਾ ਦੇ ਭਾਵ ਦੇਣ ਵਾਲਾ ਹੋਵੇ, ਅਗਰ ਤੂੰ ਖੁਸ਼ ਹੋਵੇਂ ਤਾਂ ਤੇਰੇ ਨਾਲ ਕੋਈ ਖੁਸ਼ ਹੋਣ ਵਾਲਾ ਹੋਵੇ। ਇਹ ਤਾਂ ਮਾਲਕ ਨੇ ਸੰਸਾਰ ਰਚਿਆ। ਪਹਿਲੇ ਪੱਧਰ 'ਤੇ ਹੁਕਮ ਨੂੰ ਇਉਂ ਬੁੱਝ ਲੈ। ਦੂਜੇ ਪੱਧਰ 'ਤੇ ਹੁਕਮ ਦੀ ਸੋਝੀ ਇਹ ਲੈ ਲੈ ਕਿ ਇਹ ਸਾਰੇ ਉਹਦੇ ਬਣਾਏ ਹੋਏ ਵਸੀਲੇ ਨੇ ਅਤੇ ਮੇਰੇ ਲਈ ਸਹਾਇਕ ਨੇ, ਪਰ ਪੂਰੇ ਸਹਾਇਕ ਨਹੀਂ ਹਨ। ਮੇਰਾ ਕੋਈ ਵੱਡਾ ਮੋਹ ਵੀ ਜਾਗਣਾ ਚਾਹੀਦਾ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹਰ ਕਰਨ ਹਾਰੰ, ਫਿਰ ਮੋਹ ਦਾ ਦੂਜਾ ਰੂਪ ਇਹ ਬੁੱਝ ਅਤੇ ਤੀਜਾ ਰੂਪ ਇਹ ਬੁੱਝ ਹੁਕਮ ਦਾ ਕਿ ਸੰਸਾਰ ਨਾਸ਼ਵਾਨ। ਇਹਦੇ ਨਾਲ ਇਸ ਕਰਕੇ ਗੁਰਬਾਣੀ ਦੇ ਵਿੱਚ ਵਾਕ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹਰ ਕਰਨ ਹਾਰੰ, ਉਹੀ ਮਾਲਕ ਸਾਰੀਆਂ ਜਿਹੜੀਆਂ ਵਿਧਾਂ ਰਚਦਾ ਹੈ, ਸਾਰੇ ਵਿਧਾਨ ਉਹਦੇ ਹੁਕਮ ਵਿੱਚ ਬਣਦੇ ਨੇ। ਪਰ ਗੱਲ ਇਹ ਹੈ ਕਿ ਅਸੀਂ ਹੁਕਮ ਦੇ ਇੱਕ ਪੱਖ ਨੂੰ ਜਿਉਂ ਲੈਂਦੇ ਹਾਂ, ਦੂਜੇ ਪੱਖ ਨੂੰ ਨਹੀਂ ਜਿਉਂਦੇ। ਮੈਨੂੰ ਕਿਸੇ ਨੌਜਵਾਨ ਦੀ ਘਟਨਾ ਯਾਦ ਹੈ। ਤਾਂ ਉਹ ਬਹੁਤ ਵੱਡਾ ਇੰਜੀਨੀਅਰ ਸੀ, ਤਾਂ ਉਹ ਆਪਣਾ ਸਾਰਾ ਕੁਝ ਛੱਡ ਕੇ ਤਾਂ ਕਥਾ ਦੇ ਖੇਤਰ ਵੱਲ ਆ ਗਿਆ, ਸਨਾਤਨ ਮਤ ਦਾ ਸੀ। ਤਾਂ ਉਹਨੂੰ ਕਿਸੇ ਨੇ ਪ੍ਰਸ਼ਨ ਕੀਤਾ ਕਿ ਜਦੋਂ ਤੁਸੀਂ ਇਸ ਖੇਤਰ ਵੱਲ ਆਏ ਤਾਂ ਤੁਹਾਡੇ ਮਾਤਾ ਪਿਤਾ ਨੂੰ ਕੋਈ ਇਤਰਾਜ਼ ਕੋਈ ਇਸ ਤਰ੍ਹਾਂ ਦਾ ਹੋਇਆ ਨਹੀਂ, ਕਿਉਂਕਿ ਤੁਸੀਂ ਬਹੁਤ ਵੱਡੀ ਨੌਕਰੀ 'ਤੇ ਸੀ।
ਤਾਂ ਉਹ ਕਹਿਣ ਲੱਗਾ ਕਿ ਜਦੋਂ ਮੈਂ ਨਿਰਣਾ ਕਰਨਾ ਸੀ ਤਾਂ ਮੈਂ ਉਹਨਾਂ ਦੀ ਪੈਦਾਇਸ਼ ਸੀ, ਮੈਂ ਉਹਨਾਂ ਪਾਸ ਗਿਆ ਤਾਂ ਮੈਂ ਜਾ ਕੇ ਕਿਹਾ ਕਿ ਮੈਨੂੰ ਮੇਰੇ ਜੀਵਨ ਦੀ ਆਹ ਸਮਝ ਆਈ ਹੈ, ਮੈਂ ਇਸ ਪਾਸੇ ਜਾਣਾ ਚਾਹੁੰਦਾ, ਤੁਹਾਡਾ ਕੋਈ ਇਤਰਾਜ਼? ਤਾਂ ਉਹ ਕਹਿਣ ਲੱਗੇ ਅਸੀਂ ਕੇਵਲ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰਨ ਦੇ ਲਈ ਅਸੀਂ ਤੇਰੇ ਵਸੀਲੇ ਬਣੇ ਆ, ਤੇਰੇ ਜੀਵਨ ਦੇ ਉੱਪਰ ਸਾਡਾ ਕਿਸੇ ਪ੍ਰਕਾਰ ਕਰਕੇ ਕੋਈ ਹੱਕ ਨਹੀਂ, ਕਿਉਂਕਿ ਤੂੰ ਰਚਨਾ ਅਕਾਲ ਪੁਰਖ ਦੀ ਹੈ, ਉਹੀ ਤੇਰਾ ਅਸਲ ਵਾਰਸ ਹੈ, ਅਸਲ ਮਾਲਕ ਹੈ। ਅਸੀਂ ਕੇਵਲ ਤੇਰੇ ਜੀਵਨ ਦੀ ਰਾਸ ਨੂੰ ਚਲਾਉਣ ਵਾਲੇ ਦੋ ਵਸੀਲੇ ਹਾਂ। ਇਸ ਕਰਕੇ ਜਿਵੇਂ ਤੈਨੂੰ ਸਮਝ ਆਉਂਦਾ, ਠੀਕ ਪਾਉਂਦਾ, ਤੂੰ ਕਰ ਸਕਦਾ। ਮੋਹ ਕਰਕੇ ਅਸੀਂ ਹਰ ਚੀਜ਼ ਨੂੰ ਸੀਮਤ ਵੀ ਕਰਦੇ ਹਾਂ। ਕਿਤੇ ਆਪਣਾ ਬੱਚਾ ਗੁਆਂਢੀਆਂ ਦਾ ਕੰਮ ਕਰ ਆਏ ਨਾ, ਕਿਤੇ ਚੰਗੇ ਸੁਭਾਅ ਕਰਕੇ, ਉਹਦੀ ਵੀ ਚਿੰਤਾ ਕਰਦੇ ਆ, ਤੂੰ ਉਹਨਾਂ ਦਾ ਕੰਮ ਕਿਉਂ ਕੀਤਾ? ਕਿਉਂ? ਕਿਉਂਕਿ ਮੋਹ ਵਿੱਚ ਨੱਥੇ ਹੋਏ ਹਾਂ। ਤਾਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ 4 ਪੁੱਤਰ ਨੇ। ਅੱਜ ਕੱਲ੍ਹ ਬਹੁਤਾ ਇਹੀ ਪੰਜਾਬ 'ਚ ਤਾਂ ਇਸ ਨੁਕਤੇ ਦਾ ਚੱਲਦਾ ਜਾਂਦਾ ਹੈ। ਤਾਂ ਵੰਸ਼ ਪਰੰਪਰਾ ਦਾ ਹੀ ਬੜਾ ਖਿਆਲ ਰੱਖਿਆ ਜਾਂਦਾ। ਕਾਹਦੇ ਕਰਕੇ? ਮੋਹ ਕਿ ਮੇਰੀ ਹੋਂਦ ਬਚ ਜਾਏ, ਪਤਾ ਲੱਗ ਜਾਏ ਫਲਾਣਿਆਂ ਦੇ ਖਾਨਦਾਨ ਦਾ ਬੰਦਾ ਹੈ। ਇਸ ਤਲ 'ਤੇ ਵੀ ਮਨੁੱਖ ਜਿਉਂਦੇ ਆ। ਤਾਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਆਖਦੇ ਨੇ? ਇਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁੱਤ 4। ਸੀਮਾ ਦੇ ਤਲ 'ਤੇ ਸੀਮਾਗਤ ਜੀਵਨ ਜਿਉਣਾ। ਜਿੰਨਾ ਚਿਰ ਮਨੁੱਖ ਸੀਮਾਗਤ ਜੀਵਨ ਜੀਵੇਗਾ, ਜੀਵਨ ਛੋਟਾ ਰਹੇਗਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਰ ਕਰਨ ਹਾਰੰ, ਮਾਲਕ ਸਭ ਬਿਧ ਰਚਣ ਵਾਲਾ ਹੈ, ਨਮਸਕਾਰੰ, ਉਹਦੇ ਪ੍ਰਤੀ ਨਮਸਕਾਰ ਕਰ। ਪਹਿਲਾਂ ਜਿੰਨੇ ਮੋਹ ਕਰਕੇ ਰਸ ਬਖਸ਼ਿਆ, ਫਿਰ ਮੋਹ ਤੋਂ ਛੁਟਕਣ ਦਾ ਢੰਗ ਵੀ ਦੱਸਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰਣ ਨਾਨਕ ਜਗਦੀਸ਼ਵਰੇ। ਇਸ ਕਰਕੇ ਗੁਰਬਾਣੀ 'ਚ ਵਾਕ ਹੈ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਕਿ ਮਾਲਕ ਸਾਡਾ ਕੋਈ ਯਤਨ ਥੋੜ੍ਹਾ ਹੋ ਸਕਦਾ ਹੈ। ਹੁਣ ਇਹਦਾ ਥੋੜ੍ਹਾ ਕਿ ਮੋਹ ਦੇ ਤਲ 'ਤੇ 45 ਮਿੰਟ ਬੋਲਿਆ ਤਾਂ ਮੈਂ ਮੋਹ ਤੋਂ ਛੁਟਕ ਗਿਆ। ਹੋ ਸਕਦਾ ਕਿਸੇ ਹਿਰਦੇ ਦੇ ਤਲ 'ਤੇ ਬੜਾ ਸੂਖਮ ਵਿਆਪਕ ਹੋਵੇ। ਤਾਂ ਫਿਰ ਇੱਕੋ ਇੱਕ ਅਰਦਾਸ ਸ਼ਬਦ ਵਿਚਾਰ ਗਿਆਨ ਉਪਲਬਧ ਕਰਵਾ ਦਿੰਦੀ ਹੈ ਕਿ ਸੱਚ ਝੂਠ ਕਿਵੇਂ ਹੈ। ਫਿਰ ਗੁਰੂ ਕੇ ਸਨਮੁਖ ਜਿਹੜੀ ਅਰਦਾਸ ਹੈ, ਉਹ ਸ਼ਬਦ ਵਿਚਾਰ ਦੁਆਰਾ ਮਿਲੇ ਹੋਏ ਗਿਆਨ ਨੂੰ ਕਰਮ ਦੇ ਵਿੱਚ ਪਰਿਵਰਤ ਕਰਨ ਦਾ ਬਲ ਬਖਸ਼ਿਸ਼ ਦਿੰਦੀ ਹੈ। ਤਾਂ ਇਸ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਰਣ ਨਾਨਕ ਜਗਦੀਸ਼ਰ। ਇਸ ਕਰਕੇ ਉਸ ਅਕਾਲ ਪੁਰਖ ਦੀ ਸ਼ਰਨ ਜਾਓ, ਜਿਹਦੇ ਜੀ ਕਰਕੇ ਜੀਵਨ ਦਾ ਸਮੁੱਚਾ ਆਧਾਰ ਹੋ ਜਾਂਦਾ। ਸੋ ਅੱਜ ਦੇ ਪਾਵਨ ਸ਼ਲੋਕ ਦੇ ਵਿੱਚ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਮੋਹ ਦੀ ਸੰਰਚਨਾ ਕਿ ਕੁਦਰਤੀ ਉਪਜਦਾ ਹੈ, ਸਨੇਹ ਦੇ ਤਲ 'ਤੇ ਜੀਵਨ ਦੀ ਲੋੜ ਹੈ, ਪਰ ਇਹ ਕਿਤੇ ਅਗਿਆਨ ਨਾ ਬਣ ਜਾਏ ਕਿ ਕਦੀ ਕੁਝ ਬਿਨਸੇਗਾ ਨਹੀਂ। ਇਸ ਕਰਕੇ ਮੋਹ ਸੰਸਾਰ ਦੇ ਜਿਹਦੇ ਨਾਲ ਪਾ ਰਹੇ ਹੋ, ਇੱਕ ਗੱਲ ਧਿਆਨ 'ਚ ਰੱਖੋ ਕਿ ਸਾਰਾ ਕੁਝ ਬਿਨਸਣਹਾਰ ਹੈ। ਅਤੇ ਜੇ ਇਹ ਭਾਵ ਵਿਸਰ ਗਿਆ, ਮਹਾਂ ਬੇਹੋਸ਼ੀ ਚੜ੍ਹ ਗਈ, ਤਾਂ ਫਿਰ ਕਾਲ ਦੀ ਮਾਰ ਸਾਰੀ ਬੇਹੋਸ਼ੀ ਤਾਰ ਕਰ ਦੇਗੀ। ਫਿਰ ਉਦੋਂ ਜ਼ਿਆਦਾ ਦੁਖਿਤ ਹੋਣਾ ਪਏਗਾ। ਇਸ ਕਰਕੇ ਇਹਦੇ ਜੀਵਨ ਨੂੰ ਅੱਧਾ ਹਿੱਸਾ ਜਿਉਂ ਲਵੋ, ਤਾਂ ਬਾਅਦ 'ਚ ਇਹਦੀ ਸਾਧਨਾ ਵਾਲੇ ਪਾਸੇ ਵੀ ਪੈ ਜਾਓ। ਜਿਵੇਂ ਬਹੁਤੇ ਸਤ ਸੰਗਤ 'ਚ ਮੈਂ ਤਾਂ ਬਹੁਤ ਸਮਾਂ ਪਹਿਲਾਂ ਇਹ ਖਿਆਲ ਛੱਡ ਚੁੱਕਾ, ਪਰ ਕਈ ਵਾਰੀ ਪਹਿਲਾਂ ਨਿੱਜੀ ਪ੍ਰੇਰਣਾ ਕਰੀਦੀ ਸੀ ਕਿ ਤੁਸੀਂ ਰੋਜ਼ਾਨਾ ਸਤ ਸੰਗਤ ਵਿੱਚ ਆਇਆ ਕਰੋ, ਸ਼ਬਦ ਵਿਚਾਰ ਲਗਾਤਾਰ ਸਰਵਣਿਆ ਕਰੋ। ਤਾਂ ਮੈਂ ਦੇਖਿਆ ਸੀ ਹਰੇਕ ਬੰਦਾ ਹੀ ਪਰਿਵਾਰ ਦਾ ਹਵਾਲਾ ਵਰਤਦਾ ਸੀ। ਹੈਰਾਨਗੀ ਦੀ ਗੱਲ ਹੈ, ਬਜ਼ੁਰਗ ਵੀ ਕਈ ਕਹਿੰਦੇ ਸਨ ਜਿਹਦੀ ਜ਼ਿੰਦਗੀ ਦਾ ਕੋਈ ਪ੍ਰਯੋਗ ਨਹੀਂ ਰਿਹਾ, ਉਹ ਵੀ ਕਹਿੰਦਾ ਪਰਿਵਾਰ ਦੀ ਚਿੰਤਾ ਹੈ, ਪਰਿਵਾਰ ਨਹੀਂ ਆਉਣ ਦਿੰਦਾ। ਮੈਂ ਕਿਹਾ ਭਾਈ ਤੇਰੇ ਤਾਂ ਜੀਵਨ ਦਾ ਕੋਈ ਪ੍ਰਯੋਗ ਹੁਣ ਬਚਿਆ ਹੀ ਨਹੀਂ, ਤੂੰ ਤਾਂ ਸਿਰਫ ਆਪਣੇ ਆਪ ਲਈ ਜੀ ਲਵੇ, ਇੰਨਾ ਹੀ ਬੜਾ ਹੈ। ਪਰਿਵਾਰ ਦੀ ਕਿਹੜੀ ਤੇਰੀ ਜ਼ਿੰਮੇਵਾਰੀ? 5 ਕਿਲੋ ਤੂੰ ਭਾਰ ਨਹੀਂ ਉਠਾ ਸਕਦਾ ਅਤੇ ਕਹਿੰਦਾ ਪਰਿਵਾਰ ਦੀ ਜ਼ਿੰਮੇਵਾਰੀ ਹੈ। ਮਤਲਬ ਇੰਨਾ ਜ਼ਿਆਦਾ ਝੂਠ ਜਗਤ ਵਿੱਚ ਮਾਰਿਆ ਜਾਂਦਾ ਹੈ, ਬੰਦੇ ਦੇ ਹੱਥ ਖੜੇ ਹੋ ਜਾਂਦੇ ਨੇ ਕਿ ਕਿੰਨਾ ਜ਼ਿਆਦਾ ਲੋਕ ਝੂਠ ਮਾਰਦੇ ਨੇ। ਮੈਂ ਕਿਸੇ ਦਫਾ ਆਪਣੇ ਅਧਿਆਪਕ ਦੇ ਸਨਮੁਖ ਕਿਹਾ ਜੀ ਮੇਰੇ ਕੋਲ ਟਾਈਮ ਹੈ ਨਹੀਂ। ਕਿਸੇ ਉਹਨਾਂ ਗੱਲ ਨਹੀਂ ਕਿਹਾ, ਉਹਨਾਂ ਪੈਨ ਕਾਪੀ ਫੜ ਲਈ ਤਾਂ ਸਾਰੇ ਦਿਨ ਦਾ ਹਿਸਾਬ ਕਰ ਦਿੱਤਾ ਅਤੇ 2-2.5 ਘੰਟੇ ਬਚ ਗਏ। ਕਹਿੰਦੇ ਇਹ 'ਚ ਕੀ ਕਰਦਾ ਦੱਸ ਫਿਰ। ਇਸ ਕਰਕੇ ਕਦੀ ਇਹ ਝੂਠ ਨਾ ਮਾਰੋ ਕਿ ਟਾਈਮ ਹੈ ਨਹੀਂ। ਤਾਂ ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰ ਰਹੇ। ਪਰਿਵਾਰ ਦੇ ਮੋਹ ਦੇ ਤਲ 'ਤੇ ਜੀ ਲਿਆ, ਗੁਰੂ ਸ਼ਬਦ ਦੀ ਪ੍ਰੀਤ ਵੀ ਆਪਣੇ ਜੀਵਨ ਦੇ ਵਿੱਚ ਸੰਗ੍ਰਹਿਤ ਕਰ ਲਓ ਤਾਂ ਕਿ ਜੀਵਨ ਜੀਵਿਆ ਸਫਲ ਹੋ ਸਕੇ। ਅਤੇ ਭਾਈ ਨੰਦ ਲਾਲ ਜੀ ਕਿੱਡੇ ਵੱਡੇ ਵਾਕ ਆਖਦੇ ਹਨ, ਉਹਨਾਂ ਦੇ ਕਿੱਡੇ ਵੱਡੇ ਵਾਕ ਹਨ। ਹਵਾਏ ਬੰਦਗੀ ਆ ਵੁਰਦ ਦਰ ਵਜੂਦ ਮਰਾ ਵਗਰਨੇ ਜੌਕ ਚੁਨੀ ਆਮਦਨ ਨਬੂਦ ਮਰਾ। ਕਹਿੰਦੇ ਸਿਰਫ ਗੁਰੂ ਦਸਮ ਪਾਤਸ਼ਾਹ ਨੂੰ ਕਹਿੰਦੇ ਸਿਰਫ ਮੇਰੇ ਜੰਮਣ ਦਾ ਕਾਰਨ ਇੱਕੋ ਹੀ ਹੈ, ਮੇਰੇ ਪੈਦਾ ਹੋਣ ਦਾ ਕਾਰਨ ਇੱਕੋ ਹੈ ਕਿ ਤੇਰੀ ਪ੍ਰੀਤ ਕਮਾਉਣ ਦੇ ਲਈ ਇਸ ਜਗਤ ਵਿੱਚ ਆਇਆ। ਹੋਰ ਕੋਈ ਦੂਜਾ ਵਗਰਨ ਹੈ ਜਾਓ ਕੁਛ ਨਹੀਂ, ਦੂਜਾ ਕੋਈ ਸ਼ੌਂਕ ਨਹੀਂ ਸੀ, ਦੂਜਾ ਕੋਈ ਕਾਰਨ ਨਹੀਂ ਸੀ। ਆਮਦਨ ਨਬੂਦ ਮਰਾ। ਤਾਂ ਸਤਿਗੁਰੂ ਕਿਰਪਾ ਕਰਨ, ਸੰਸਾਰ ਦੀ ਪ੍ਰੀਤ ਬਿਨਸੇਗੀ, ਪਰ ਜਿਹੜੀ ਨਿਰੰਕਾਰ ਦੇ ਨਾਲ ਪ੍ਰੀਤ ਹੈ
ਉਹ ਦੋਹੀਂ ਜਹਾਨੀ ਸਾਡਾ ਆਧਾਰ ਬਣੇਗੀ। ਸਤਿਗੁਰੂ ਕਿਰਪਾ ਕਰਨ, ਸੰਸਾਰੀ ਮੋਹ ਤੋਂ ਉਪਰਾਮ ਹੋ ਕੇ ਉੱਚਾ ਜੀਵਨ ਜਿਉਂ ਕੇ ਸਤਿਗੁਰੂ ਦੀ ਪ੍ਰਤੀਤ ਨੂੰ ਹਿਰਦੇ ਵਿੱਚ ਦ੍ਰਿੜ ਕਰਨ ਦਾ, ਕਮਾਉਣ ਦਾ ਯਤਨ ਕਰੀਏ, ਤਾਂ ਕਿ ਸਾਡਾ ਸਾਰਿਆਂ ਦਾ ਜੀਵਨ ਗੁਰੂ ਸ਼ਬਦ ਦੀ ਮਿਹਰਾਮਤ ਨਾਲ ਭਰ ਜਾਏ। ਪਾਵਨ ਲੜੀਵਾਰ ਸ਼ਲੋਕਾਂ ਦੀ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਸਤਿਗੁਰੂ ਕਿਰਪਾ ਕਰੇ ਪਾਵਨ ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।